ਸਤਿ ਸ਼੍ਰੀ ਅਕਾਲ ਜੀ, ਹਰਜਿੰਦਰ ਗਿੱਲ ਸ਼ੋਅ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਮੈਂ ਤੁਹਾਡਾ ਦੋਸਤ ਤੇ ਹੋਸਟ ਹਰਜਿੰਦਰ ਸਿੰਘ ਗਿੱਲ ਤੇ ਇੱਕ ਖਾਸ ਪ੍ਰੋਗਰਾਮ ਸਾਡਾ ਅੱਜ ਦਾ ਜਿੱਥੇ ਤੁਸੀਂ ਸਾਨੂੰ ਹਰ ਮੰਗਲਵਾਰ ਨੂੰ ਸੁਣਦੇ ਹੋ, ਦੇਖਦੇ ਹੋ। ਮੇਰੇ ਨਾਲ ਅੱਜ ਹਰਸਿਮਰਨ ਹੋਰੀ ਸਾਡੇ ਟੀਮ ਮੈਂਬਰ ਤੇ ਨਾਲ ਦੀ ਨਾਲ ਸਾਡੇ ਛੋਟੇ ਹੋਸਟ ਅੱਜ ਆਈ ਥਿੰਕ ਪਹਿਲੀ ਵਾਰੀ ਜਿੱਥੇ ਟੀਵੀ ਦੇ ਉੱਤੇ ਸਾਡੇ ਨਾਲ ਜੁਆਇਨ ਕਰਨਗੇ, ਰੇਡੀਓ ਤੇ ਤਾਂ ਗੱਲ ਕਰਦੇ ਰਹਿੰਦੇ ਆ। ਸੋ ਪਹਿਲਾਂ ਹਰਸਿਮਰਨ ਦਾ ਸਵਾਗਤ ਕਰਦੇ ਹਾਂ ਤੇ ਫਿਰ ਸਾਡੇ ਜਿਹੜੇ ਜੂਨੀਅਰ ਹੋਸਟ ਨੂੰ ਇੰਟਰੋਡਿਊਸ ਕਰਦੇ ਹਾਂ। ਹਰਸਿਮਰਨ ਬਹੁਤ-ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਸੋ ਮਚ ਹਰਜਿੰਦਰ ਜੀ ਤੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜਿੱਥੇ ਤੁਸੀਂ ਕਿਹਾ ਕਿ ਸੁਣਦੇ ਰਹਿੰਦੇ ਆ ਸੋ ਅੱਜ ਦੇਖਣ ਦਾ ਮੌਕਾ ਮਿਲਿਆ ਸੋ ਉਮੀਦ ਕਰਦੀ ਹਾਂ ਕਿ ਜਿਹੜਾ ਦੇਖਣ ਦਾ ਐਕਸਪੀਰੀਅੰਸ ਵੀ ਹੈ ਉਹ ਵੀ ਸਾਰਿਆਂ ਦਾ ਚੰਗਾ ਰਹੇ। ਰਾਈਟ। ਸੋ ਆਜੋ ਇੰਟਰੋਡਿਊਸ ਕਰਦੇ ਹਾਂ ਜੀ ਸਾਡੇ ਅੱਜ ਜੂਨੀਅਰ ਹੋਸਟ ਸਹਿਜ ਸਿੰਘ ਗਿੱਲ ਹੋਰਾਂ ਨੂੰ। ਪਹਿਲੀ ਵਾਰੀ ਅੱਜ ਟੀਵੀ ਦੇ ਉੱਪਰ ਸਾਡੇ ਨਾਲ ਹੋਣਗੇ, ਸੋ ਲੈਟਸ ਸੀ ਕਿ ਕਿਵੇਂ ਕਰਦੇ ਅੱਜ। ਸਹਿਜ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਐਂਡ ਮੈਂ ਹੁਣ ਬਹੁਤ ਐਕਸਾਈਟਿਡ ਹਾਂ। ਹੁਣ ਪਹਿਲੀ ਵਾਰੀ ਮੈਂ ਟੀਵੀ ਆਇਆ ਨੂੰ ਐਂਡ ਹਾਂਜੀ। ਸੋ ਪਹਿਲੀ ਵਾਰੀ ਟੀਵੀ ਤੇ ਆਏ ਆ ਤੁਸੀਂ ਤੇ ਪਹਿਲਾਂ ਅੱਗੇ ਕਹਿੰਦੇ ਹੁੰਦੇ ਸੀ ਤੁਸੀਂ ਸੁਣ ਰਹੇ ਹੋ ਹਰਜਿੰਦਰ ਗਿੱਲ, ਅੱਜ ਕਹਿ ਰਹੇ ਹੋ ਕਿ ਅੱਜ ਹੁਣ ਅਸੀਂ ਦੇਖ ਰਹੇ ਹਾਂ। ਹਾਂਜੀ। ਤੁਸੀਂ ਸੁਣ ਤੇ ਦੇਖ ਰਹੇ ਹੋ। ਦੋਸਤੋ ਅਸੀਂ ਤੁਹਾਨੂੰ ਹਾਂਜੀ। ਸਾਰਿਆਂ ਨੂੰ ਜਿੱਥੇ ਇਸ ਹੌਲੀਡੇ ਸੀਜ਼ਨ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ, ਮੁਬਾਰਕਬਾਦ ਦਿੰਦੇ ਹਾਂ ਤੇ ਨਾਲ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਆਪਣੇ ਪਰਿਵਾਰਾਂ ਦੇ ਨਾਲ ਇਸ ਹੌਲੀਡੇ ਸੀਜ਼ਨ ਨੂੰ, ਫੈਸਟਿਵ ਸੀਜ਼ਨ ਨੂੰ ਸੈਲੀਬ੍ਰੇਟ ਵੀ ਕਰ ਰਹੇ ਹੋਵੋਗੇ ਤੇ ਨਾਲ ਖਾਸ ਤੌਰ ਦੇ ਉੱਤੇ ਸਾਡੇ ਸਿੱਖ ਇਤਿਹਾਸ ਦੀ ਗੱਲ ਕਰੀਏ, ਸਿੱਖ ਹਿਸਟਰੀ ਦੀ ਗੱਲ ਕਰੀਏ ਤਾਂ ਇਹਨਾਂ ਦਿਨਾਂ ਦੇ ਵਿੱਚ ਅਸੀਂ ਸਾਹਿਬਜ਼ਾਦਿਆਂ ਨੂੰ ਵੀ ਯਾਦ ਕਰਦੇ ਹਾਂ। ਸੋ ਸਾਹਿਬਜ਼ਾਦਿਆਂ ਦੀ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ਼ਹਾਦਤ, ਉਹਨਾਂ ਦੇ ਪਰਿਵਾਰ ਦਾ ਬਲੀਦਾਨ, ਉਹਨੂੰ ਵੀ ਅਸੀਂ ਯਾਦ ਕਰਦੇ ਹੋਏ ਆਫ ਕੋਰਸ ਅਸੀਂ ਸਾਰੇ ਪਰਿਵਾਰ ਆਪੋ ਆਪਣੇ ਤਰੀਕੇ ਦੇ ਨਾਲ, ਜਿਵੇਂ ਆਪਾਂ ਹਰਸਿਮਰਨ ਅਕਸਰ ਗੱਲ ਕਰੀਦੀ ਹੈ ਕਿ ਬਹੁਤ ਸਾਰੇ ਸਾਡੀਆਂ ਘਟਨਾਵਾਂ ਲਾਈਫ ਦੇ ਵਿੱਚ ਵਾਪਰਦੀਆਂ ਨੇ ਬਟ ਲਾਈਫ ਮਸਟ ਗੋ। ਪਰ ਇਹਦਾ ਮਕਸਦ ਜਾਂ ਮਤਲਬ ਇਹ ਨਹੀਂ ਹੁੰਦਾ ਕਿ ਜੇ ਕੋਈ ਘਟਨਾ ਵਾਪਰ ਗਈ ਹੈ ਤਾਂ ਉਹਨੂੰ ਫਿਰ ਤੁਸੀਂ ਭੁੱਲ ਜਾਓ। ਉਹਦੇ ਤੋਂ ਕੀ ਸਿੱਖਣਾ ਹੈ, ਉਹਦੇ ਜੀ ਨਾਲ ਕੀ ਸੇਧ ਲੈਣੀ ਹੈ, ਉਹਦੇ ਤੋਂ ਕੀ ਕਿਸ ਤਰ੍ਹਾਂ ਦੀ ਜਿਹੜੀ ਇੱਕ ਜਜ਼ਬੇ ਦੀ ਜਾਂ ਇੱਕ ਸਪਿਰਿਟ ਦੀ ਜਿਹੜੀ ਆਪਾਂ ਅਕਸਰ ਗੱਲ ਕਰਦੇ ਹਾਂ, ਜੀ ਉਹਨੂੰ ਕਿਵੇਂ ਕੈਰੀ ਕਰਨਾ, ਇਹ ਵੀ ਇੱਕ ਬਹੁਤ ਵੱਡਾ ਮਾਇਨਾ ਰੱਖਦਾ ਹੈ। ਸੋ ਇਸੇ ਲੜੀ ਦੇ ਵਿੱਚ ਅਸੀਂ ਜਦੋਂ ਇਹਨਾਂ ਦਿਨਾਂ ਦੀ ਗੱਲ ਕਰਦੇ ਹਾਂ ਜਿੱਥੇ ਦੁਨੀਆ ਭਰ ਦੇ ਵਿੱਚ ਦਸੰਬਰ ਦੇ ਇਸ ਆਖਰੀ ਹਫ਼ਤੇ ਦੀ 10 ਦਿਨਾਂ ਦੀ ਗੱਲ ਹੁੰਦੀ ਹੈ, ਸਾਹਿਬਜ਼ਾਦਿਆਂ ਦੀ, ਪਰਿਵਾਰ ਦੇ ਵਿਛੋੜੇ ਦੀ, ਉਹਨਾਂ ਦੇ ਬਲੀਦਾਨ ਦੀ, ਫਿਰ ਗੁਰੂ ਗੋਬਿੰਦ ਸਿੰਘ ਜੀ ਦਾ ਜਾਂ ਫਿਰ ਬੰਦਾ ਸਿੰਘ ਬਹਾਦਰ ਦਾ ਜਾਂ ਸਾਡੇ ਬਾਕੀ ਹੋਰ ਸ਼ਹੀਦਾਂ ਦਾ ਜੋ ਜੋ ਰੋਲ ਰਿਹਾ ਉਹਨੂੰ ਜੀ ਅਸੀਂ ਨਮਨ ਵੀ ਕਰਦੇ ਹਾਂ, ਯਾਦ ਵੀ ਕਰਦੇ ਹਾਂ ਤੇ ਨਾਲ ਜਿਹੜੀ ਚੜ੍ਹਦੀ ਕਲਾ, ਜਿਹੜੀ ਮੈਂ ਅਕਸਰ ਰੇਡੀਓ ਤੇ ਵੀ ਜ਼ਿਕਰ ਕਰਦਾ ਰਿਹਾ ਕਿ ਸਾਨੂੰ ਉਹ ਜਿਹੜਾ ਜਜ਼ਬਾ, ਉਹ ਜਿਹੜੀ ਸਪਿਰਿਟ ਹੈ, ਉਹ ਜਿਹੜੀ ਆਪਣੇ ਆਪ ਨੂੰ ਤਕੜਾ ਰੱਖਣ ਦੀ ਇੱਕ ਕਹਿ ਲਈਏ ਕਿ ਗੁੜਤੀ ਹੈ, ਉਹ ਵੀ ਯਾਦ ਰੱਖਣੀ ਚਾਹੀਦੀ ਹੈ ਇਹਨਾਂ ਦਿਨਾਂ ਦੇ ਵਿੱਚ। ਹਰਸਿਮਰਨ, ਓਪਨਿੰਗ ਦੇ ਵਿੱਚ ਤੁਸੀਂ ਥੋੜ੍ਹਾ ਜਿਹਾ ਦੱਸਣਾ ਇਹਨਾਂ ਦਿਨਾਂ ਦੇ ਬਾਰੇ 'ਚ ਤੇ ਫਿਰ ਆਪਾਂ ਬਾਕੀ ਦੀ ਗੱਲਬਾਤ ਲੈ ਕੇ ਤੁਰਦੇ ਹਾਂ। ਜੀ ਬਿਲਕੁਲ ਹਰਜਿੰਦਰ ਜੀ, ਜਿਵੇਂ ਤੁਸੀਂ ਸਹੀ ਕਿਹਾ ਕਿ ਅਸੀਂ ਇਸ ਮਹੀਨੇ ਨੂੰ ਸੈਕਰੀਫਾਈਸ ਦੇ ਕਾਰਨ ਤੇ ਹੋਰ ਬਲੀਦਾਨ ਕਾਰਨ ਤੇ ਸਾਰੇ ਜੋ ਵਾਪਰਿਆ ਸੀਗਾ ਉਹਦੇ ਕਾਰਨ ਇਹਨੂੰ ਯਾਦ ਰੱਖਦੇ ਆ। ਈਵਨ ਮੈਨੂੰ ਇਹ ਵੀ ਲੱਗਦਾ ਹੈ ਕਿ ਜਦੋਂ ਅਸੀਂ ਸਿੱਖ ਹਿਸਟਰੀ ਦੀ ਗੱਲ ਕਰਦੇ ਆ ਨਾ, ਸੋ ਇਹ ਬੜੀ ਰਿਫਰੈਸ਼ਿੰਗ ਹੈ ਤੇ ਬੜੀ ਰੀਸੈਂਟ ਹੈ ਕਿਉਂਕਿ 300 ਜੀ 350 ਸਾਲ ਬਹੁਤ ਜ਼ਿਆਦਾ ਨਹੀਂ ਹੁੰਦੇ। ਸੋ ਇਹਨਾਂ ਦੇ ਐਵੀਡੈਂਸ ਮੌਜੂਦ ਹੋਣ ਦੇ ਨਾਲ ਨਾਲ ਇੱਕ ਅਸੀਂ ਕਹਿੰਦੇ ਆ ਨਾ, ਜਦੋਂ ਇੱਕ ਪ੍ਰੈਜ਼ੈਂਟ ਦੌੜ ਦੀ ਜਾਂ ਪ੍ਰੈਜ਼ੈਂਟ ਦੀ ਗੱਲ ਹੋ ਰਹੀ ਹੋਵੇ ਜੋ ਹਾਲ ਹੀ ਦੇ ਵਿੱਚ ਹੋਇਆ ਹੋਏ, ਸੋ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਬਹੁਤ ਪੁਰਾਣੀ ਹੈ। ਸੋ ਇੱਕ ਬੜੀ ਤਾਜ਼ੀ ਹਿਸਟਰੀ ਹੈ ਜਿਸ ਨੂੰ ਯਾਦ ਕਰਦਿਆਂ ਹੋਏ ਵੀ 300 350 ਸਾਲਾਂ ਦੇ ਵਿੱਚ ਜਜ਼ਬੇ ਵੀ ਉਹੀ ਨੇ ਤੇ ਸਾਡੇ ਅੰਦਰ ਜਿਹੜੀ એનર્ਜੀ ਹੈ ਉਹ ਵੀ ਉਦਾਂ ਦੀ ਹੈ, ਉਹ ਪਾਵਰ ਵੀ ਉਦਾਂ ਦੀ ਹੈ। ਸਿਰਫ ਮੈਨੂੰ ਏਦਾਂ ਲੱਗਦਾ ਕਿ ਇਹਨਾਂ ਦਿਨਾਂ ਨੂੰ ਯਾਦ ਕਰਕੇ ਉਹ ਜਿਹੜੀ ਪਾਵਰ ਹੈ ਨਾ ਉਹ ਵੱਧਦੀ ਜਾਂਦੀ ਹੈ। ਸੋ ਇਸ ਕਰਕੇ ਸਾਨੂੰ ਹਰ ਸਾਲ ਉਸ ਪਾਵਰ ਨੂੰ ਵਧਾਉਣ ਦੇ ਲਈ ਇਹਨਾਂ ਦਿਨਾਂ ਨੂੰ ਯਾਦ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਉਹ ਜਜ਼ਬੇ ਹਜੇ ਵੀ ਮੌਜੂਦ ਨੇ, ਹਜੇ ਵੀ ਉੱਥੇ ਹੀ ਨੇ, ਕਿਤੇ ਨਹੀਂ ਕੋਈ ਗੱਲ ਅੱਗੇ ਪਿੱਛੇ ਹੋਈ ਸਿਰਫ ਇੰਨਾ ਹੁੰਦਾ ਕਿ ਉਹਦੇ ਵਿੱਚ ਕਹਿੰਦੇ ਨੇ ਕਿ ਹਰ ਸਾਲ ਇੱਕ ਪੁਆਇੰਟ ਐਡ ਹੋ ਜਾਂਦਾ ਹੈ, ਹੋਰ ਜ਼ਿਆਦਾ ਹੀ ਕਿ ਦਾ ਲੈਵਲ ਅਪ ਹੋ ਜਾਂਦਾ ਜਦੋਂ ਅਸੀਂ ਇਸ ਦੀ ਈਵਨ ਗੱਲ ਹੀ ਕਰ ਲੈਂਦੇ ਆ ਤਾਂ। ਹਾਂਜੀ। ਅੱਛਾ, ਇਹਦੇ ਵਿੱਚ ਸਹਿਜ ਵੀ ਆਪਾਂ ਖਾਸ ਤੌਰ ਦੇ ਉੱਤੇ ਦੋਸਤੋ ਸਾਡਾ ਜਿਹੜਾ ਇਹ ਪੰਜਾਬ ਟੀਵੀ ਦੇ ਉੱਪਰ ਮੰਗਲਵਾਰ ਦਾ ਪ੍ਰੋਗਰਾਮ ਹੁੰਦਾ ਤੇ ਕੱਲ੍ਹ ਬੀਤੇ ਕੱਲ੍ਹ ਸੋਮਵਾਰ ਅਸੀਂ ਇੱਕ ਖਾਸ ਕੋਸ਼ਿਸ਼ ਕੀਤੀ ਸੀ ਸਾਡੀ ਜੀ ਮੀਡੀਆ ਗਰੁੱਪ ਦੀ ਤੇ ਨਾਲ ਦੀ ਨਾਲ ਡਰੱਗ ਅਵੇਅਰਨੈਸ ਸੁਸਾਇਟੀ ਆਫ ਟੋਰਾਂਟੋ ਦੀ ਕੋਸ਼ਿਸ਼ ਦੇ ਨਾਲ ਅਸੀਂ ਕੱਲ੍ਹ ਬੜਾ ਇਸ ਗੱਲ ਦਾ ਸਾਨੂੰ ਮਾਣ ਹੋਇਆ, ਖੁਸ਼ੀ ਹੋਈ ਕਿ ਜਦੋਂ ਇਨੀਸ਼ੀਅਲੀ 53 ਬੱਚੇ ਮਾਫ਼ ਕਰਨਾ 50 ਬੱਚਿਆਂ ਨੇ, ਫਿਰ ਉਸ ਤੋਂ ਬਾਅਦ 2 ਹੋਰ ਜੀ ਬੱਚੇ ਐਡ ਹੋਏ ਸੀ, ਸੋ 52 52 ਬੱਚਿਆਂ ਦੇ ਨਾਲ ਅਸੀਂ ਕੱਲ੍ਹ ਗੱਲ ਕੀਤੀ ਜਿਹਦੇ ਵਿੱਚ ਉਹ ਸ਼ਾਇਦ ਕੁਛ ਇੱਕ ਬੱਚੇ ਚਲੋ ਐਬਸੈਂਟ ਵੀ ਸੀ, 2 ਜਾਂ 3 ਬੱਚੇ ਸ਼ਾਇਦ ਨਹੀਂ ਵੀ ਗੱਲ ਕਰ ਸਕੇ ਕਿਸੇ ਕਾਰਨ। ਪਰ 52 ਬੱਚਿਆਂ ਨੂੰ ਜਦੋਂ ਰਜਿਸਟਰ ਕਰਕੇ ਫਿਰ ਉਹਨਾਂ ਦੇ ਵਿੱਚੋਂ ਜਦੋਂ ਗੱਲਬਾਤ ਦੇ ਲਈ ਲਾਈਵ ਅਸੀਂ ਕਾਲਸ ਲੈ ਕੇ ਇੱਕ ਖਾਸ ਕਿਸਮ ਦਾ ਜਿਹੜਾ ਆਪਣੇ ਵੱਲੋਂ ਪਹਿਲ ਕਦਮੀ ਕਰਦੇ ਹੋਏ ਉਪਰਾਲਾ ਜਿਹੜਾ ਅਸੀਂ ਕਰਕੇ, ਜਿਹਦੇ ਵਿੱਚ ਸਾਹਿਬਜ਼ਾਦਿਆਂ ਦੀ ਲਾਈਫ ਬਾਰੇ, ਗੁਰੂ ਗੋਬਿੰਦ ਸਿੰਘ ਜੀ ਬਾਰੇ, ਸਿੱਖ ਇਤਿਹਾਸ ਦੇ ਇਹਨਾਂ ਆਖਰੀ 10 ਦਿਨਾਂ ਦੇ ਬਾਰੇ 'ਚ ਕੇਂਦਰਿਤ ਰੱਖਦੇ ਹੋਏ ਅਸੀਂ ਕੁਛ ਸਵਾਲ ਡਿਜ਼ਾਇਨ ਕੀਤੇ ਸੀ। 50 ਸਵਾਲ ਸਨ, ਉਹ ਅਸੀਂ ਸਾਰੇ ਬੱਚੇ ਜਿਨ੍ਹਾਂ ਨੇ ਰਜਿਸਟਰ ਕੀਤਾ ਸੀ ਉਹਨਾਂ ਨੂੰ ਭੇਜੇ। ਫਿਰ ਉਹਦੇ ਵਿੱਚੋਂ 5-5 ਸਵਾਲ ਸੀ ਹਰ ਬੱਚੇ ਜਦੋਂ ਜਿਹੜੇ ਕੱਲ੍ਹ ਸਾਡੇ ਪਾਰਟੀਸਪੈਂਟ ਸੀਗੇ ਜਿਹੜੇ, ਉਹਨਾਂ ਨੂੰ ਜਦੋਂ ਔਨ ਏਅਰ ਲਿਆ, ਉਹਨਾਂ ਦੇ ਨਾਲ ਗੱਲ ਕੀਤੀ
ਤਾਂ ਇੱਕ ਵੱਖਰੀ ਤਰ੍ਹਾਂ ਦੀ ਆਪਣੇ ਆਪ ਦੇ ਵਿੱਚ ਐਨਰਜੀ ਤੇ ਇੱਕ ਵੱਖਰੀ ਤਰ੍ਹਾਂ ਦਾ ਮਾਣ ਮਹਿਸੂਸ ਹੋ ਰਿਹਾ ਸੀ। ਸ਼ਾਇਦ ਤੁਸੀਂ ਵਿਟਨੈਸ ਕੀਤਾ ਕੱਲ੍ਹ ਦੇ ਸਾਡੇ ਉਸ ਇੰਸੀਡੈਂਟ ਨੂੰ, ਆਪਣੇ ਸਾਡੇ ਪ੍ਰੋਗਰਾਮ ਨੂੰ, ਤੇ ਨਾਲ ਦੀ ਨਾਲ ਪਿਛਲੇ ਦਿਨਾਂ 'ਚ ਜਦੋਂ ਅਸੀਂ ਉਹਦੇ ਬਾਰੇ 'ਚ 2 ਕੁ ਦਿਨ ਲਗਾ ਕੇ ਆਪਾਂ ਤਿਆਰੀ ਵੀ ਕਰ ਰਹੇ ਸੀ। ਤੁਹਾਡਾ ਕੀ ਐਕਸਪੀਰੀਅੰਸ ਰਿਹਾ ਜਦੋਂ ਤਿਆਰੀ ਕਰਨ ਤੋਂ ਲੈ ਕੇ ਕੱਲ੍ਹ ਜਦੋਂ ਆਪਾਂ ਰੇਡੀਓ ਦੇ ਉੱਤੇ ਕਾਲਸ ਤੱਕ ਲੈਣ ਤੋਂ ਬਾਅਦ ਕੀ ਤੁਹਾਡਾ ਕੀ ਐਕਸਪੀਰੀਅੰਸ ਹੈ? ਮੈਨੂੰ ਐਕਸਪੀਰੀਅੰਸ ਮੈਨੂੰ ਬਹੁਤ ਵਧੀਆ ਲੱਗਿਆ ਸੀ। ਸਾਰੇ ਜਿਹੜੇ 52 ਜਿਹੜੇ ਕਿਡ ਸੀ ਨਾਲ, ਉਹਨਾਂ ਦੇ ਜੋ ਗੱਲਬਾਤ ਕੀਤਾ ਸੀ, ਕੁਐਸਚਨ ਵੀ ਪੁੱਛੇ ਸੀ। ਨਾਲੇ ਅਸੀਂ ਸਾਰਿਆਂ ਨੇ ਲਰਨ ਵੀ ਕੀਤਾ ਨਾਲ। ਮੈਨੂੰ ਸਾਰਾ ਐਕਸਪੀਰੀਅੰਸ ਬਹੁਤ ਵਧੀਆ ਲੱਗਿਆ ਸੀ। ਮੈਨੂੰ ਵੀ ਐਂਡ ਤੇ ਵੀ ਕੁਐਸਚਨਸ ਪੁੱਛੇ ਸੀ। ਮੈਨੂੰ ਵੀ ਬਹੁਤ ਚੰਗਾ ਲੱਗਿਆ ਸੀ। ਲਾਸਟ ਕੰਟੈਸਟੈਂਟ ਤੁਸੀਂ ਸੀਗੇ। ਹਾਂਜੀ, ਲਾਸਟ ਕੰਟੈਸਟੈਂਟ ਮੈਂ ਹੀ ਸੀ। ਤੇ ਹਾਂਜੀ, ਤੁਹਾਡੇ ਸਭ ਠੀਕ ਹੋ ਗਿਆ ਸੀ? ਹਾਂਜੀ, ਮੇਰੇ 5 ਆਊਟ 5 ਹੀ ਹੋ ਗਏ ਸੀ। ਮੇਰੇ ਸਾਰੇ ਠੀਕ ਰਹੇ ਸੀ। ਐਕਸਪੀਰੀਅੰਸ ਬਹੁਤ ਵਧੀਆ ਰਿਹਾ ਸੀ। ਜਿਹੜਾ ਆਪਣਾ ਪੈਟਰਨ ਸੀ, ਜਾਂ ਤੁਹਾਨੂੰ ਲੱਗਦਾ ਕਿ ਬੱਚਿਆਂ ਨਾਲ ਅਸੀਂ ਜਦੋਂ ਇੰਟਰੈਕਟ ਹੋਏ ਔਰ ਉਹਨਾਂ ਦੇ ਪੇਰੈਂਟਸ ਦੇ ਨਾਲ ਵੀ ਜਦੋਂ ਸਾਡੀ ਗੱਲਬਾਤ ਹੋਈ ਔਰ ਬਹੁਤ ਐਕਸਾਈਟਮੈਂਟ ਸੀ, ਖਾਸ ਤੌਰ ਤੇ ਜਿਹੜੇ 5 ਸਾਲ ਤੋਂ ਲੈ ਕੇ 6 ਜਾਂ 7 ਸਾਲ 8 ਸਾਲ ਦੇ ਜਿਹੜੇ ਛੋਟੇ ਬੱਚੇ ਸੀ, ਉਹ ਹਾਂਜੀ। ਬੜੇ ਐਕਸਾਈਟਡ ਸੀਗੇ। ਹਾਂਜੀ, ਉਹ ਬਹੁਤ ਐਕਸਾਈਟਿਡ ਸੀ, ਨਾਲੇ ਉਹ ਕੌਨਫੀਡੈਂਟ ਵੀ ਬਹੁਤ ਸੀ। ਨਾਲੇ ਵਧੀਆ ਵੀ ਲੱਗਦਾ ਦੈਟ ਆਪਣੇ 5 ਸਾਲ ਜਾਂ 7 ਸਾਲ ਦੇ ਉਹਨਾਂ ਨੂੰ ਏਦਾਂ 4 ਸਾਹਿਬਜ਼ਾਦੇ ਬਾਰੇ ਪਤਾ, ਜਾਂ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਬਾਰੇ ਬਹੁਤ ਚੰਗਾ ਲੱਗਦਾ ਆ। ਰਾਈਟ। ਅੱਛਾ, ਇਸ ਤੋਂ ਪਹਿਲਾਂ ਕਦੀ ਮੌਕਾ ਮਿਲਿਆ ਹੋਵੇ ਸਰ, ਜੇ ਆਪਾਂ ਆਪਣੇ ਤੌਰ ਤੇ ਤੁਹਾਨੂੰ ਮੈਂ ਔਨ ਦੀ ਸਪੋਟ ਪਾਉਂਦੇ ਹੋਏ, ਆਫ ਕੋਰਸ ਮੈਂ ਤਾਂ ਕਿਉਂਕਿ ਖੁਦ ਵਿਟਨੈਸ ਵੀ ਕੀਤਾ ਤੁਹਾਨੂੰ ਔਰ ਅਰਮਾਨ ਨਿਸ਼ਾਨ ਨੂੰ, ਜਦੋਂ ਤੁਸੀਂ ਘਰ ਬੈਠ ਕੇ ਪਿਛਲੇ 2-3 ਦਿਨ ਜਦੋਂ ਇਸ ਕੰਟੈਸਟ ਦਾ ਕਰਕੇ ਤੁਹਾਨੂੰ ਸਾਰਿਆਂ ਨੂੰ ਕੁਐਸਚਨਸ ਵੀ ਦਿੱਤੇ ਗਏ, ਉਹਨਾਂ ਦੇ ਅਕੋਰਡਿੰਗਲੀ ਵੀ ਤਿਆਰੀ ਕੀਤੀ, ਨਾਲ ਮੈਂ ਦੇਖ ਰਿਹਾ ਸੀ ਕਿ ਹੋਰ ਵੀ ਕੁਝ ਤਰੀਕੇ ਅਪਣਾ ਰਹੇ ਸੀ। ਕਿਵੇਂ ਤਿਆਰ ਕਰ ਰਹੇ ਸੀ ਕੁਐਸਚਨਸ, ਦੱਸੋ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ। ਅਸੀਂ ਤਾਂ ਮੈਂ, ਅਰਮਾਨ ਨਿਸ਼ਾਨ, ਅਸੀਂ ਦੋਨੇ ਜਿਹੜੇ 4 ਸਾਹਿਬਜ਼ਾਦੇ ਦਾ ਮੂਵੀ ਸੀ ਉਹ ਦੇਖਿਆ ਸੀ ਸਾਰੇ। ਨਾਲੇ ਜਿਹਦੇ ਕੁਐਸਚਨ ਸੀ, ਜਿਹਦੇ ਪੁੱਛਿਆ ਸੀ ਤੁਸੀਂ, ਉਹਦੇ ਵਿੱਚੋਂ ਅਸੀਂ ਸਾਰੇ ਦਾ ਓਵਰ ਕਰਕੇ ਅਸੀਂ ਉਹਨੂੰ ਰੀਡ ਕੀਤਾ ਸੀ, A to Z ਤੱਕ। ਸਾਰਾ ਉਹਨੂੰ ਰੀਡ ਕਰਕੇ ਉਹਨੂੰ ਸਾਰਾ ਮੈਮੋਰਾਈਜ਼ ਕੀਤਾ। ਉਹਦੇ ਬਾਰੇ ਮੇਰੇ ਮੰਮਾ ਨੂੰ ਵੀ ਦੱਸਿਆ ਆ, ਜਿਹਦੇ ਨਹੀਂ ਪਤਾ ਆ, ਜਾਂ ਤੁਹਾਨੂੰ ਵੀ ਦੱਸਿਆ ਆ ਕਿ ਕੁਐਸਚਨ ਜਿਹਦੇ ਨਹੀਂ ਪਤਾ ਆ। ਹਾਂਜੀ, ਏਦਾਂ ਦੇ ਕੀਤੇ ਆ। ਅੱਛਾ, ਮੈਂ ਤੁਹਾਡਾ ਐਕਸਪੀਰੀਅੰਸ ਕਿਵੇਂ ਰਿਹਾ? ਤੁਸੀਂ ਵੀ ਡੇ 1 ਤੋਂ, ਜਦੋਂ ਆਪਾਂ 2-3 ਦਿਨ ਪਹਿਲਾਂ ਤੋਂ ਜਦੋਂ ਸ਼ੁਰੂਆਤ ਸ਼ੁਰੂ ਕੀਤੀ, ਤੇ ਫਿਰ ਕੱਲ੍ਹ ਜਦੋਂ ਕੰਟੈਸਟ ਤੱਕ, ਔਰ ਅਜੇ ਵੀ ਜਿਹੜਾ ਸਾਡੇ ਕੁਝ ਕੰਮ ਪੈਂਡਿੰਗ ਨੇ, ਕਿਉਂਕਿ ਅਸੀਂ ਜਿਹੜੇ ਗਿਫਟ ਜਿੱਤੇ ਆ ਜਿਹੜੇ ਬੱਚੇ, ਕਿਉਂਕਿ 5 ਸਵਾਲ ਸੀ, ਜਿੰਨੇ ਸਵਾਲ ਠੀਕ ਸੀ ਉਹਨਾਂ ਦੇ ਪਰ ਸਵਾਲ $10 ਗਿਫਟ ਕਾਰਡ ਜਾਣਾ ਸੀ। ਸੋ ਜਿਹਦੇ 5 ਸਵਾਲ ਠੀਕ ਹੈ ਉਹਨੂੰ $50 ਦਾ ਗਿਫਟ ਕਾਰਡ ਜਾਣਾ ਹੈ। ਸੋ ਜਿਹਦੇ 2 ਸਵਾਲ ਸੀ ਤਾਂ ਉਹਦੇ $20, ਜਿਹਦੇ 3 ਤੇ $30। ਸੋ ਪਰ ਸਵਾਲ ਅਸੀਂ $10 ਜਿਹੜਾ ਇੱਕ ਇਨਕਰੇਜਮੈਂਟ ਦੇ ਲਈ, ਕੋਈ ਬਹੁਤ ਵੱਡੀ ਰਕਮ ਨਹੀਂ ਹੈ, ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਪਰ ਆਈ ਗੈਸ ਕਿ ਉਹ ਤਿਆਰੀ ਤੱਕ ਦਾ ਜਿਹੜਾ ਸਫ਼ਰ ਸੀ, ਤੁਸੀਂ ਕਿਵੇਂ ਅਨੁਭਵ ਕੀਤਾ? ਜੀ ਬਿਲਕੁਲ, ਸਭ ਤੋਂ ਪਹਿਲਾਂ ਤਾਂ ਸਿਰਫ ਗੱਲ ਬੱਚਿਆਂ ਦੀ ਨਹੀਂ ਹੈਗੀ ਅਰਜਿੰਦਰ ਜੀ, ਮੈਨੂੰ ਏਦਾਂ ਲੱਗਦਾ ਹੈ ਕਿ ਬੱਚਿਆਂ ਨੂੰ ਜ਼ਰੀਆ ਬਣਾ ਕੇ ਉਹਨਾਂ ਦੇ ਪੇਰੈਂਟਸ ਦੇ ਲਈ ਤੇ ਵੱਡਿਆਂ ਦੇ ਲਈ, ਈਵਨ ਸਾਡੇ ਵਰਗਿਆਂ ਦੇ ਲਈ, ਜਿਹੜੇ ਅਸੀਂ ਯੂਥ ਦੀ ਗੱਲ ਕਰੀਏ, ਉਹਨਾਂ ਲਈ ਵੀ ਇੱਕ ਬੜਾ ਵੱਡਾ ਚੈਲੰਜ ਹੁੰਦਾ ਇਹ ਚੀਜ਼। ਕਿਉਂਕਿ ਮੈਂ ਇਹ ਨਹੀਂ ਕਹਿੰਦੀ ਕਿ ਸਾਨੂੰ ਹਿਸਟਰੀ ਦਾ ਨਹੀਂ ਪਤਾ, ਪਰ ਮੈਂ ਇਹ ਜ਼ਰੂਰ ਕਹਿ ਸਕਦੀ ਹਾਂ ਕਿ ਅਸੀਂ ਕਨਫਿਊਜ਼ ਹੋ ਜਾਂਦੇ ਹਾਂ ਕਿਸੇ ਵੀ ਚੀਜ਼ ਨੂੰ। ਰਾਈਟ ਅਵੇ ਅਸੀਂ ਕਿਸੇ ਦਾ ਨਾਮ ਲੈ ਲਈਏ। ਸਾਰੀਆਂ ਚੀਜ਼ਾਂ ਸਾਨੂੰ ਖੁਦ ਨੂੰ ਵੀ ਨਹੀਂ ਆਈਡੀਆ ਹੁੰਦਾ ਕਿ ਹਾਂ, ਕਿਹੜੇ ਜੀ ਸਵਾਲ ਦਾ ਜਵਾਬ ਕਿਸ ਜੀ, ਤਰ੍ਹਾਂ ਦਾ ਕਈ ਹੈ। ਵਾਰੀ ਅਸੀਂ ਆਪਣੇ ਪੇਰੈਂਟਸ ਨੂੰ ਵੀ 2-4 ਨਾਮ ਇਕੱਠੇ ਲੈ ਲਓ, ਤਾਂ ਉਹ ਵੀ 2 ਮਿੰਟ ਸੋਚਣਗੇ ਕਿ ਅੱਛਾ ਨਹੀਂ, 1 ਮਿੰਟ ਮੈਨੂੰ ਰਿਵਾਈਵ ਕਰਨ ਦਿਓ, ਇਹਨਾਂ ਨੇ ਕੀ ਕੀਤਾ ਸੀ ਇਹਨਾਂ ਨੇ। ਸੋ ਇਹਦੇ 'ਚ ਮੈਂ ਇਹ ਨਹੀਂ ਕਹਿੰਦੀ ਕਿ ਅਸੀਂ ਸਿਰਫ ਬੱਚਿਆਂ ਨੂੰ, ਹਾਂ, ਬੱਚਿਆਂ ਨੂੰ ਮੀਡੀਅਮ ਬਣਾ ਕੇ ਇੱਕ ਇਸ ਮਾਧਿਅਮ ਤੋਂ, ਇਸ ਪ੍ਰੋਗਰਾਮ ਤੋਂ ਅਸੀਂ ਇਹ ਐਫਰਟ ਜ਼ਰੂਰ ਕੀਤਾ। ਹੋਰ ਸਾਨੂੰ ਜਿੱਦਾਂ ਕੱਲ੍ਹ ਵੀ ਕਾਲਸ ਆਈਆਂ, ਤਾਂ ਮੈਨੂੰ ਬੜਾ ਚੰਗਾ ਲੱਗਿਆ ਇਹ ਸੁਣ ਕੇ ਵੀ ਕਿ ਪੇਰੈਂਟਸ ਵੀ ਦੁਬਾਰਾ ਤੋਂ ਬੈਠੇ ਉਹਨਾਂ ਦੇ ਨਾਲ ਰਿਵਾਈਵ ਕੀਤਾ। ਈਵਨ ਪੇਰੈਂਟਸ ਨੇ ਵੀ ਉਹ ਸਿਲੇਬਸ ਪੜ੍ਹੇ ਤੇ ਉਹਨਾਂ ਨੇ ਦੇਖੇ। ਈਵਨ ਜਿੱਦਣ ਮੈਂ ਕੁਐਸਚਨਰ ਰੈਡੀ ਕਰ ਰਹੀ ਸੀ, ਜਦੋਂ ਅਸੀਂ ਟੀਮ ਦਾ ਹਿੱਸਾ ਹੈਗੇ ਆ, ਸੋ ਮੈਂ ਆਪਣੇ ਹਸਬੈਂਡ ਨੂੰ ਸਵਾਲ ਪੁੱਛੇ ਨਾ ਨਾਲ ਦੇ ਨਾਲ, ਤੇ ਉਹਨਾਂ ਨੂੰ ਪਤਾ ਸੀਗੇ ਸਾਰੇ। ਸੋ ਮੈਂ ਆਪਣੇ ਆਪ ਦੇ ਉੱਤੇ ਇਹ ਸੋਚ ਰਹੀ ਸੀਗੀ ਕਿ ਮੈਨੂੰ ਕਈ ਚੀਜ਼ਾਂ ਦਾ ਅੱਜ ਪਤਾ ਲੱਗਿਆ ਓਨੈਸਟਲੀ, ਕਿਉਂਕਿ ਨਾਮ ਸੁਣੇ ਹੁੰਦੇ ਆ ਬਟ ਉਹਨਾਂ ਦੀ ਹਿਸਟਰੀ ਨਹੀਂ ਕਈ ਵਾਰੀ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ, ਜਾਂ ਫਿਰ ਸੁਣੀਆਂ ਸੁਣਾਈਆਂ ਗੱਲਾਂ ਪਤਾ ਹੁੰਦੀਆਂ ਪਰ ਇਨ ਡੈਪਥ ਨਹੀਂ ਪਤਾ ਹੁੰਦਾ। ਸੋ ਉਹ ਇਨ ਡੈਪਥ ਪਤਾ ਕਰਾ ਕੇ ਇੱਕ ਮੈਨੂੰ ਵੀ ਆਪਣੇ ਅੰਦਰ ਸੈਟਿਸਫੈਕਸ਼ਨ ਹੋਈ ਕਿ ਕੱਲ ਨੂੰ ਅੱਗੇ ਜਾ ਕੇ ਵੱਧ ਕੇ ਮੈਂ 2-4 ਜਾਣਿਆਂ ਨੂੰ ਬੜੇ ਕੌਨਫੀਡੈਂਸ ਨਾਲ ਦੱਸ ਸਕਦੀ ਹਾਂ ਕਿ ਨਹੀਂ, ਏਦਾਂ ਹੁੰਦਾ ਤੇ ਏਦਾਂ ਹੁੰਦਾ। ਸਿਰਫ ਉੱਥੇ ਇਹ ਨਹੀਂ ਕਿ ਹਾਂਜੀ ਸਾਨੂੰ ਪਤਾ ਹੈ। ਸੋ ਉਹਦੇ ਵਿੱਚ ਇੱਕ ਮੈਨੂੰ ਇਹ ਬੜੀ ਵਧੀਆ ਚੀਜ਼ ਲੱਗੀ ਕਿ ਜਦੋਂ ਅਸੀਂ ਇਨ ਡੀਟੇਲ ਕਿਸੇ ਚੀਜ਼ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ ਤੇ ਕਿਸੇ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਲਾਈਫ ਟਾਈਮ ਨਹੀਂ ਭੁੱਲਦੀ। ਸੋ ਹੂੰ। ਬੜਾ ਹੀ ਖਾਸ ਐਕਸਪੀਰੀਅੰਸ ਸੀਗਾ ਕੁਐਸਚਨਰ ਰੈਡੀ ਕਰਨ ਤੱਕ ਤੋਂ, ਆਪਣੀਆਂ ਗਲਤੀਆਂ ਨੂੰ ਠੀਕ ਕਰਨ ਦਾ, ਉਸ ਤੋਂ ਬਾਅਦ ਉਹਨੂੰ ਪੰਜਾਬੀ 'ਚ ਵੀ ਲਿਖਣ ਦਾ, ਉਹਨੂੰ ਇੰਗਲਿਸ਼ 'ਚ ਵੀ ਲਿਖਣ ਦਾ। ਸੋ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਕੀ ਹੁੰਦਾ ਹੈ ਕਿ ਉਹ
ਚੀਜ਼ ਤੁਹਾਡੇ ਟਿਪਸ ਤੇ ਰੈਡੀ ਹੋ ਜਾਂਦੀ ਹੈ, ਕਿਉਂਕਿ ਅਸੀਂ ਫਿਲਮਾਂ ਦੀ ਗੱਲ ਕਰੀਏ, ਗੀਤਾਂ ਦੀ ਗੱਲ ਕਰੀਏ, ਐਂਟਰਟੇਨਮੈਂਟ ਦੀ ਗਈ ਜਾਂ ਕਿਸੇ ਵੀ ਹੋਰ ਪੱਖ ਦੀ ਗੱਲ ਕਰੀਏ ਤਾਂ ਸਾਨੂੰ ਰਾਈਟ ਅਵੇ ਯਾਦ ਆ ਜਾਂਦਾ ਹੈ, ਅੱਛਾ ਇਹ ਗੀਤ ਕਿਹਦਾ ਹੈ, ਇਹ ਵਾਲੀ ਫਿਲਮ ਦਾ। ਸੋ ਮੈਨੂੰ ਲੱਗਦਾ ਕਿ ਇਹ ਜਿਹੜੀ ਪ੍ਰੈਕਟਿਸ ਜਿਹੜੀ ਸਾਡੀ ਹਿਸਟਰੀ ਨੂੰ ਲੈ ਕੇ ਜਦੋਂ ਹੁੰਦੀ ਹੈ ਨਾ, ਉਹਦੇ ਨਾਲ ਵੀ ਸਾਨੂੰ ਰਾਈਟ ਅਵੇ ਯਾਦ ਕਰਨ ਦੇ ਲਈ ਸਾਨੂੰ ਇੱਕ ਬੜਾ ਚੰਗਾ ਸਮਾਂ ਮਿਲਿਆ ਕਿ ਅਸੀਂ ਬੈਠ ਕੇ ਉਹਨਾਂ ਚੀਜ਼ਾਂ ਨੂੰ ਦੇਖਿਆ। ਕਿਉਂਕਿ ਅਸੀਂ ਕਈ ਵਾਰੀ ਮੂਵੀ ਦੇਖਦੇ ਹਾਂ ਨਾ, ਜੇ ਚਾਰ ਸਾਹਿਬਜ਼ਾਦੇ ਦੀ ਗੱਲ ਕਰੀਏ, ਅਸੀਂ ਮੂਵੀ ਦੇਖ ਲੈਂਦੇ ਹਾਂ, ਸਾਨੂੰ ਸਿਚੁਏਸ਼ਨ ਯਾਦ ਹੈ, ਸਾਨੂੰ ਇਨਸੀਡੈਂਟ ਯਾਦ ਹੈ, ਬਟ ਸਾਨੂੰ ਉਹਦੇ ਨਾਲ ਜੁੜੇ ਜਿਹੜੇ ਸਾਡੇ ਅਹਿਮ ਜਿਹੜੇ ਸਾਡੇ ਸਾਡੀ ਹਿਸਟਰੀ ਨਾਲ ਜੁੜੇ ਹੋਏ ਸਾਡੇ ਜਿਨ੍ਹਾਂ ਨੇ ਬਲੀਦਾਨ ਦਿੱਤੇ, ਉਹਨਾਂ ਦੇ ਨਾਮ ਕਈ ਵਾਰੀ ਯਾਦ ਨਹੀਂ ਹੁੰਦੇ। ਇਹਦੇ ਚ ਕੋਈ ਅਫਸੋਸ ਵਾਲੀ ਗੱਲ ਨਹੀਂ, ਬਣੀ ਇੱਕ ਸਿਰਫ ਨਿਰਾਸ਼ਾ ਇੱਕ ਕਈ ਵਾਰੀ ਜ਼ਰੂਰ ਹੁੰਦੀ ਹੈ ਕਿ ਸਾਨੂੰ ਰਾਈਟ ਅਵੇ ਉਹ ਵੀ ਯਾਦ ਹੋਣੇ ਚਾਹੀਦੇ ਆ ਕਿ ਜੇ ਅਸੀਂ ਇੰਨੇ ਧੜੱਲੇ ਨਾਲ ਆਪਣੀ ਹਿਸਟਰੀ ਦੀ ਗੱਲ ਕਰਦੇ ਹਾਂ। ਸੋ ਉਹ ਇੱਕ ਟਿਪਸ ਤੇ ਰਟਣ ਦੇ ਲਈ ਮੈਨੂੰ ਬਹੁਤ ਹੀ ਚੰਗਾ ਐਕਸਪੀਰੀਅੰਸ ਲੱਗਿਆ ਕਿ ਹੁਣ ਮਤਲਬ ਸਾਰੀ ਲਾਈਫ ਜੇ ਮੈਨੂੰ ਕਿਸੇ ਨੇ ਪੁੱਛ ਲਿਆ ਕੋਈ ਸਵਾਲ ਇਹਨਾਂ 50 ਕੁਐਸਚਨਸ ਦੇ ਵਿੱਚੋਂ, ਤੇ ਮੈਨੂੰ 100% ਯਾਦ ਹੋਣਾ ਕਿ ਇਹਦਾ ਟਿਪਸ ਦੇ ਉੱਤੇ ਕਿ ਰਾਈਟ ਅਵੇ ਇਹਨਾਂ ਦਾ ਇਹ ਆਨਸਰ ਹੈ। ਸੋ ਇੱਕ ਵਾਰ ਫਿਰ ਦੋਸਤੋ ਅਸੀਂ ਦੱਸ ਦਿੰਨੇ ਕਿ ਜਿਹੜੀ ਇਹ ਸਾਡੀ ਖਾਸ ਕੋਸ਼ਿਸ਼ ਸੀ, ਜਿਹਦੇ ਵਿੱਚ ਸਾਹਿਬਜ਼ਾਦੇ ਅਸੀਂ ਇਹਦਾ ਟਾਈਟਲ ਰੱਖਿਆ ਸੀ ਸਾਡੇ ਇਸ ਕੰਟੈਸਟ ਦਾ। ਰੇਡੀਓ ਕੰਟੈਸਟ, ਰੇਡੀਓ ਦੇ ਉੱਤੇ ਫੋਨ ਕਾਲਸ ਦੇ ਜ਼ਰੀਏ ਅਸੀਂ ਇਹ ਬੀਤੇ ਕੱਲ ਕੰਟੈਸਟ 27 ਦਸੰਬਰ ਨੂੰ ਅਰੇਂਜ ਕੀਤਾ ਸੀ। ਸੋ ਸਾਡੀ 1350 ਦੀ ਰੇਡੀਓ ਪ੍ਰੋਗਰਾਮ ਦੇ ਜ਼ਰੀਏ ਜਿਹੜੀ ਇਹ ਸਾਂਝ ਬਣੀ ਸਾਡੇ ਪਰਿਵਾਰਾਂ ਦੇ ਨਾਲ 3 ਘੰਟੇ 2 ਵਜੇ ਤੋਂ ਲੈ ਕੇ 5 ਵਜੇ ਤੱਕ, ਜਿੱਥੇ ਜਿਵੇਂ ਸਾਡਾ ਮੰਡੇ ਟੂ ਫਰਾਈਡੇ ਪ੍ਰੋਗਰਾਮ ਹੁੰਦਾ। ਸੋ ਉਹਦੇ ਵਿੱਚ ਅਸੀਂ ਇਹ ਪ੍ਰੋਗਰਾਮ ਤੁਹਾਡੇ ਲਈ ਪਹੁੰਚਦਾ ਕੀਤਾ। ਉਮੀਦ ਕਰਦੇ ਹਾਂ ਕਿ ਬਹੁਤ ਸਾਰੇ ਪਰਿਵਾਰਾਂ ਨੇ ਆਲਰੇਡੀ ਇਹਨੂੰ ਦੇਖਿਆ ਵੀ ਹੋਣਾ, ਤੇ ਅੱਜ ਵੀ ਅਸੀਂ ਇਹੀ ਚਾਹੁੰਦੇ ਸੀ ਕਿ ਥੋੜਾ ਜਿਹਾ ਰਿਪੀਟ ਕਰਨ ਦੇ ਰੂਪ ਦੇ ਵਿੱਚ, ਜਾਂ ਕਹਿ ਲਈਏ ਕਿ ਇੱਕ ਰਿਮਾਈਂਡਰ ਦੇ ਰੂਪ ਤੇ ਇਹਨੂੰ ਔਰ ਵੀਡੀਓ ਦੇ ਰੂਪ ਦੇ ਵਿੱਚ ਵੀ ਅਸੀਂ ਸੰਭਾਲ ਸਕੀਏ। ਸੋ ਇਸ ਗੱਲ ਨੂੰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਸਹਿਜ ਨੇ ਵੀ ਪਾਰਟਿਸਪੈਂਟ ਬਣਿਆ ਸੀ, ਨਾਲ ਰਮਾਨ ਇਸ਼ਾਨ 5 ਸਾਲ ਤੋਂ ਲੈ ਕੇ 16 ਸਾਲ ਤੱਕ ਦੀ ਏਜ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਪਰਿਵਾਰਾਂ ਨੇ ਜਿੱਥੇ ਸਾਂਝ ਪਾਈ, ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ, ਤੇ ਵਿਸ਼ੇਸ਼ ਤੌਰ ਦੇ ਉੱਤੇ ਧੰਨਵਾਦ ਕਰਦੇ ਹਾਂ ਅਸੀਂ ਡਰੱਗ ਅਵੇਅਰਨੈਸ ਸੁਸਾਇਟੀ ਆਫ ਟੋਰਾਂਟੋ ਤੋਂ ਮਨੀ ਸਿੰਘ ਤੇ ਧਰਮਪਾਲ ਸੰਧੂ ਸਾਹਿਬ ਵੀ ਸਾਡੇ ਨਾਲ ਪਹੁੰਚੇ। ਔਰ ਖਾਸ ਮੈਂ ਇਸ ਕਰਕੇ ਵੀ ਉਹਨਾਂ ਦਾ ਜ਼ਿਕਰ ਕਰਾਂਗਾ ਕਿਉਂਕਿ ਉਹਨਾਂ ਨੇ ਇੱਕ ਆਈਡੀਆ ਫਲੋਟ ਕੀਤਾ ਸੀ ਕਿ ਸਾਨੂੰ ਕੁਝ ਇਸ ਤਰ੍ਹਾਂ ਦਾ ਕਰਨਾ ਚਾਹੀਦਾ। ਸੋ ਦੈਨ ਉਹਨਾਂ ਦੇ ਉਸ ਥਾਟ ਤੋਂ ਬਾਅਦ ਵਿੱਚ ਹੀ ਸਾਡੀ ਟੀਮ ਨੇ ਪਲਾਨ ਕੀਤਾ, ਤੇ ਅਸੀਂ ਸੋਚਿਆ ਕਿ ਕਿਉਂ ਨਹੀਂ ਇਹਨੂੰ ਹੁਣੀ ਅਗਲੇ 1-2 ਦਿਨਾਂ ਦੇ ਵਿੱਚ ਹੀ ਪਲਾਨ ਕਰਕੇ ਕੁਝ ਇਸ ਤਰ੍ਹਾਂ ਦਾ ਕੰਟੈਸਟ ਰਨ ਕੀਤਾ ਜਾਵੇ, ਜਿਹਦਾ ਸਾਨੂੰ ਬਹੁਤ ਵਧੀਆ ਕਹਿ ਲਈਏ ਕਿ ਰਿਸਪੌਂਸ ਮਿਲਿਆ। ਔਰ ਉਹਦੇ ਲਈ ਅਸੀਂ ਡਰੱਗ ਅਵੇਅਰਨੈਸ ਸੁਸਾਇਟੀ ਆਫ ਟੋਰਾਂਟੋ, ਜਿਹੜੀ ਹਮੇਸ਼ਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਹਿਲਾਂ ਵੀ ਬੱਚਿਆਂ ਲਈ, ਪੇਰੈਂਟਸ ਦੇ ਲਈ, ਕਮਿਊਨਿਟੀ ਲਈ, ਭਾਈਚਾਰੇ ਦੇ ਲਈ ਆਪਣੇ ਵੱਲੋਂ ਐਫਰਟ ਕਰਦੇ ਰਹਿੰਦੇ ਆ, ਇਸ ਉਪਰਾਲੇ ਦੇ ਲਈ ਵੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਔਰ ਨਾਲ ਆਪਣੇ ਜਿੱਥੇ ਟੌਪ ਲਿੰਕ ਲੋਨ ਐਂਡ ਲੀਜ਼ਿੰਗ ਤੋਂ ਭੁਪਿੰਦਰ ਤੂਰ ਭਾਜੀ ਹੋਰੀ, ਉਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਸਾਡੀ ਇਸ ਜਿਹੜੀ ਕਹਿ ਲਈਏ ਕਿ ਕੋਸ਼ਿਸ਼ ਦੇ ਵਿੱਚ ਸਾਨੂੰ ਹੌਸਲਾ ਅਫਜ਼ਾਈ ਕਰਦੇ ਹੋਏ, ਜਿਹੜੇ ਅਸੀਂ ਕੰਟਰੀਬਿਊਸ਼ਨ ਦੀ ਗੱਲ ਕੀਤੀ ਸੀ, ਜਿਹੜੀ ਅਸੀਂ ਸਾਰਿਆਂ ਨੂੰ ਗਿਫਟ ਦੇ ਰੂਪ ਦੇ ਵਿੱਚ $10 ਪਰ ਸਵਾਲ ਦੇ ਹਿਸਾਬ ਦੇ ਨਾਲ ਜਿਹੜਾ ਅਸੀਂ ਇੱਕ ਤਰ੍ਹਾਂ ਦੇ ਨਾਲ ਗਿਫਟ ਦੇਣਾ, ਉਹਦੇ ਚ $500 ਦੀ ਕੰਟਰੀਬਿਊਸ਼ਨ ਭੁਪਿੰਦਰ ਤੂਰ ਸਾਹਿਬ ਨੇ ਕੀਤੀ। ਸੋ ਬੇਸ਼ੱਕ ਅਸੀਂ ਕੋਈ ਇਹਦੇ ਲਈ ਕੋਈ ਆਪਣੇ ਵੱਲੋਂ ਕਿਸੇ ਨੂੰ ਵੀ ਇਦਾਂ ਕਿਹਾ ਨਹੀਂ ਕਿ ਸਾਨੂੰ ਕੋਈ ਤੁਸੀਂ ਇਸ ਤਰ੍ਹਾਂ ਡੋਨੇਟ ਕਰੋ ਜਾਂ ਕੰਟਰੀਬਿਊਟ ਕਰੋ, ਪਰ ਭੁਪਿੰਦਰ ਭਾਜੀ ਹੋਰਾਂ ਨੇ ਆਫ ਕੋਰਸ ਆਪਣੇ ਵੱਲੋਂ, ਆਪਣੇ ਪੂਰੇ ਪਰਿਵਾਰ ਵੱਲੋਂ, ਟੀਮ ਵੱਲੋਂ, ਉਹਨਾਂ ਨੇ ਸਾਡੇ ਇਸ ਕਾਜ਼ ਨੂੰ ਜਿੱਥੇ ਅਪਰੀਸ਼ੀਏਟ ਕੀਤਾ, ਉੱਥੇ ਉਹਨਾਂ ਨੇ ਸਾਡੇ ਲਈ ਇਹਦੇ ਵਿੱਚ ਕੰਟਰੀਬਿਊਟ ਵੀ ਕੀਤਾ। ਬਾਕੀ ਅਸੀਂ ਦੁਬਾਰਾ ਬੇਨਤੀ ਕਰਦੇ ਕਿ ਅਸੀਂ ਬਿਲਕੁਲ ਕੋਈ ਇਸ ਤਰੀਕੇ ਦੇ ਨਾਲ ਇਹਨੂੰ ਪਲਾਨ ਨਹੀਂ ਕਰ ਰਹੇ ਸੀ ਕਿ ਅਸੀਂ ਕੋਈ ਸਪਾਂਸਰਸ ਇਕੱਠੇ ਕਰਕੇ ਉਹਨਾਂ ਦੇ ਵੱਲੋਂ ਫੰਡਸ ਇਕੱਠੇ ਕਰਕੇ ਫਿਰ ਅੱਗੇ ਡਿਸਟ੍ਰੀਬਿਊਟ ਕਰਨੇ। ਇਹ ਆਪਣੀ ਨੇੜੇ ਪੁਰੇ ਸਾਡੀ ਇੱਕ ਕੋਸ਼ਿਸ਼ ਸੀ ਕਿ ਅਸੀਂ ਬੱਚਿਆਂ ਨੂੰ ਜੋੜ ਸਕੀਏ। ਔਰ ਉਹਦੇ ਵਿੱਚ ਆਫ ਕੋਰਸ ਜਿੱਥੇ ਹੋਰ ਵੀ ਕੁਝ ਪਰਿਵਾਰ ਜਿਨ੍ਹਾਂ ਦੇ ਵਿੱਚ HD ਡ੍ਰਿਪਰੀ ਤੋਂ ਦੀਪ ਬਾਈ ਹੋਰਾਂ ਨੇ ਵੀ ਆਪਣੇ ਵੱਲੋਂ ਸਾਨੂੰ ਸਪੈਸ਼ਲ ਕਿਹਾ ਕਿ ਸਾਨੂੰ ਜ਼ਰੂਰ ਤੁਸੀਂ ਦੱਸਿਓ ਕੀ ਸੇਵਾ ਲਗਾਉਣੀ, ਕਿਉਂਕਿ ਇਹ ਮੈਂ ਤਾਂ ਨਾਮ ਲੈ ਰਿਹਾ ਕਿਉਂਕਿ ਜਿਨ੍ਹਾਂ ਨਾਲ ਅਸੀਂ ਕਮਿਟਮੈਂਟ ਕਰ ਲਈ ਸੀ ਵੀ ਚਲੋ ਠੀਕ ਹੈ ਜੀ ਤੁਹਾਨੂੰ ਦੱਸਾਂਗੇ। ਫਿਰ ਬਲਜਿੰਦਰ ਭੈਣ ਜੀ ਹੋਰੀ ਸੀ, ਉਹਨਾਂ ਨੇ ਵੀ ਸਾਨੂੰ ਕਿਹਾ ਕਿ ਸਾਨੂੰ ਜ਼ਰੂਰ ਦੱਸਿਓ। ਨਾਲ ਦੀ ਨਾਲ ਬਲਜਿੰਦਰ ਸਿੰਘ ਹੋਣੀ ਮਾਲਵਾ ਰੈਨੋਵੇਸ਼ਨ ਤੋਂ, ਉਹਨਾਂ ਨੇ ਵੀ ਸਾਨੂੰ ਖਾਸ ਇਹਦੇ ਵਿੱਚ ਕੰਟਰੀਬਿਊਟ ਕੀਤਾ। ਢਿੱਲੋਂ ਵੀਡੀਓ ਤੋਂ ਸੈਮੀ ਬਾਈ ਹੋਰੀ, ਸੈਮੀ ਢਿੱਲੋਂ ਹੋਰਾਂ ਦਾ ਖਾਸ ਤੌਰ ਤੇ ਧੰਨਵਾਦ ਕਰਦੇ ਹਾਂ ਕਿਉਂਕਿ ਉਹਨਾਂ ਨੇ ਸਾਨੂੰ ਗਿਫਟ ਦੇ ਰੂਪ ਦੇ ਵਿੱਚ ਇੱਕ ਟੈਬਲੇਟ ਜਿਹੜੀ ਹੈ ਜੀ ਉਹ ਲੱਕੀ ਵਿਨਰ ਚੂਜ਼ ਕਰਨ ਲਈ ਜਿਹੜੀ ਦੇਣੀ ਸੀ, ਉਹਦੇ ਨਾਲ ਉਹਨਾਂ ਨੇ ਸਾਨੂੰ ਇਸ ਕੰਟੈਸਟ ਦੇ ਵਿੱਚ ਪਾਰਟਿਸਿਪੇਟ ਬਣੇ ਆਪਣੇ ਸਾਂਝ ਪਾਈ। ਨਾਲ ਦੀ ਨਾਲ ਬਰਾੜ ਸਵੀਟਸ ਦੇ ਵੱਲੋਂ ਲੱਕੀ ਵਿਨਰਸ ਨੂੰ ਅਸੀਂ ਗਿਫਟ ਦੇ ਰੂਪ ਦੇ ਵਿੱਚ ਕੂਪਨ ਦੇਣੇ ਆ। ਇਸੇ ਤਰ੍ਹਾਂ ਦੇ ਨਾਲ ਰਾਜਧਾਨੀ ਸਵੀਟਸ ਵੱਲੋਂ ਵੀ ਸਪੈਸ਼ਲ ਤੌਰ ਦੇ ਉੱਤੇ ਕੁਝ ਕੂਪਨਸ ਦਿੱਤੇ ਜਾਣੇ ਆ। ਸੋ ਕੁਝ ਇੱਕ ਹੋਰ ਵੀ ਇਸ ਤਰ੍ਹਾਂ ਹੀ ਪਰਿਵਾਰ ਜਿਹੜੇ ਨੇ ਜਾਂ ਸਾਡੇ ਖਾਸ ਸਪਾਂਸਰਸ ਨੇ, ਉਹਨਾਂ ਨੇ ਵੀ ਸਾਡੀ ਇਸ ਪ੍ਰੋਗਰਾਮ ਦੇ ਵਿੱਚ ਕਹਿ ਲਈ ਕਿ ਇਸ ਕੰਟੈਸਟ ਨੂੰ ਅਰੇਂਜ ਕਰਨ ਦੇ ਵਿੱਚ ਹੈਲਪ ਕੀਤੀ। ਸੋ ਸਾਰਿਆਂ ਦਾ ਧੰਨਵਾਦ ਕਰਦੇ ਹਾਂ। 1350 ਦੀ ਪੂਰੀ ਮੈਨੇਜਮੈਂਟ ਦਾ ਵੀ ਧੰਨਵਾਦ ਕਰਦੇ ਹਾਂ। ਹਰਸਿਮਰਨ ਆਫ ਕੋਰਸ, ਕਮਲਦੀਪ ਹੋਰੀ, ਸਹਿਜ ਉੱਥੇ ਸਟੂਡੀਓ ਦੇ ਵਿੱਚ ਸਨ, ਧਰਮਪਾਲ ਜੀ, ਮਨੀ ਹੋਰੀ, ਨਾਲ ਦੀ ਨਾਲ ਭੁਪਿੰਦਰ ਤੂਰ ਬਾਈ ਹੋਰੀ, ਮਾਨਵ ਹੋਰਾਂ ਦੀ ਗੱਲ ਕਰਾਂ, ਅਰਸ਼ ਹੋਰਾਂ ਦੀ ਗੱਲ ਕਰਾਂ ਸਾਡੇ 1350 ਦੀ ਟੀਮ ਤੋਂ। ਸੋ ਸਾਡੀ ਸਾਰੀ ਟੀਮ ਦੇ ਬਿਹਾਫ ਦੇ ਉੱਪਰ ਅਸੀਂ ਜਿੱਥੇ ਤੁਹਾਡਾ ਵੀ, ਪਰਿਵਾਰਾਂ ਦਾ ਵੀ, ਬੱਚਿਆਂ ਦਾ ਵੀ ਤੇ ਪੇਰੈਂਟਸ ਦਾ ਵੀ ਧੰਨਵਾਦ ਕਰਦੇ ਹਾਂ। ਉੱਥੇ ਇਨਕਰੇਜ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਲਈ ਕੋਈ ਨਾ ਕੋਈ ਜਦੋਂ ਇਸ ਤਰ੍ਹਾਂ ਦੀ ਕੋਈ ਕੋਸ਼ਿਸ਼ ਹੁੰਦੀ ਹੈ ਤੇ ਤੁਸੀਂ ਵੀ ਜ਼ਰੂਰ ਆਪਣਾ ਯੋਗਦਾਨ ਪਾਓ। ਅੱਛਾ, ਹੁਣ ਇਸ ਗੱਲ ਨੂੰ ਸਹਿਜ ਥੋੜਾ ਜਿਹਾ ਹੋਰ ਇਸ ਪਾਸੇ ਨੂੰ ਜੇਕਰ ਤੋਰੀਏ, ਚਲੋ ਇਹ ਤੇ ਇੱਕ
ਇੱਕ ਤਰੀਕਾ ਬਣ ਗਿਆ ਆਪਣੇ ਕੋਲ ਕਿ ਹਾਂ ਅਸੀਂ ਇਹਨਾਂ ਛੁੱਟੀਆਂ ਦੇ ਵਿੱਚ, ਇਹਨਾਂ ਦਿਨਾਂ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਬੱਚਿਆਂ ਨੂੰ 2-3 ਦਿਨ ਲਈ, ਜਿਹੜੇ ਸਾਡੇ 50 ਪਾਰਟੀਸਪੈਂਟ ਸੀਗੇ, ਪਰ ਗਿਣਤੀ ਤਾਂ ਬਹੁਤ ਵੱਡੀ ਹੈ ਸਾਡੇ ਪਰਿਵਾਰਾਂ ਦੀ, ਭਾਈਚਾਰਾ ਬਹੁਤ ਵੱਡਾ ਹੈ, ਬੱਚੇ ਬਹੁਤ ਵੱਡੀ ਗਿਣਤੀ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਵੀ ਕੋਈ ਨਾ ਕੋਈ ਇਸ ਤਰ੍ਹਾਂ ਦੇ ਜਦੋਂ ਐਫਰਟਸ ਹੋਣਗੇ ਤਾਂ ਉਹਦੇ ਵਿੱਚ ਪਾਰਟੀਸਪੈਂਟ ਬਣ ਸਕਦੇ ਆ। ਤੁਹਾਡੇ ਜ਼ਿਹਨ 'ਚ ਸਹਿਜ ਕੁਛ ਇਸ ਤਰ੍ਹਾਂ ਦਾ ਆਉਂਦਾ ਹੋਵੇ, ਕੋਈ ਹੋਰ ਆਈਡੀਆਜ਼ ਕੀ ਕੀਤੇ ਜਾ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ? ਮੈਂ ਇਨਕਰੇਜ ਕਰਦਾ ਜਿਹੜੇ ਸਾਰੇ ਨਿਆਣੇ ਸੁਣਦੇ ਆ ਜਾਂ ਜਿਹੜੇ ਦੇਖਦੇ ਆ ਪੰਜਾਬ ਟੀਵੀ, ਜਿਹੜੇ ਇਫ ਅਸੀਂ ਕੋਈ ਅਗਲੇ ਇੱਦਾਂ ਕੋਈ ਸ਼ੋਅ ਕਰਦੇ ਹਾਂ, ਕੰਪੀਟੀਸ਼ਨ ਕਰਦੇ ਹਾਂ, ਉਹ ਜੁਆਇਨ ਕਰੇ। ਸਾਰੀ ਟੀਮ ਵੱਲੋਂ ਵਧੀਆ ਲੱਗਦਾ ਆ। ਅਸੀਂ ਨਾਲੇ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਕਰਨੀਆਂ ਆ। ਅਸੀਂ ਤੁਹਾਡੇ ਤੋਂ ਕੁਐਸਚਨਸ ਜਾਂ ਜੋ ਮਰਜ਼ੀ ਜਿਹੜਾ ਅਸੀਂ ਸ਼ੋਅ ਕਰਨਾ ਆ ਉਹ ਉੱਥੋਂ ਪੁੱਛ ਸਕਦੇ ਹਾਂ। ਨਾਲੇ ਅਸੀਂ ਕੁਛ ਵੀ ਚੀਜ਼ਾਂ ਲਰਨ ਕਰ ਸਕਦੇ ਹਾਂ ਨਾਲ। ਰਾਈਟ। ਸੋ ਮੈਂ ਹਾਂਜੀ। ਜੀ, ਹਰਸਿਮਰਤ ਤੁਸੀਂ ਕੁਛ ਐਡ ਕਰਨਾ ਹੋਵੇ? ਹਾਂਜੀ, ਈਵਨ ਮੈਂ ਸੋਚ ਰਹੀ ਸੀ ਜਿਵੇਂ ਡਰੱਗ ਅਵੇਅਰਨੈਸ ਸੁਸਾਇਟੀ ਵਾਲਿਆਂ ਨੇ ਸਾਨੂੰ ਸੁਜੈਸ਼ਨ ਦਿੱਤਾ, ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹ ਵੀ ਆਪਣੇ ਵਿਊਅਰਸ ਨੂੰ, ਕਾਲਰਸ ਨੂੰ ਇਹ ਵੀ ਕਹਿ ਸਕਦੇ ਹਾਂ ਕਿ ਉਹ ਵੀ ਸਾਨੂੰ ਸੁਜੈਸ਼ਨ ਦੇ ਸਕਦੇ ਆ ਕਿ ਜੇ ਉਹਨਾਂ ਨੂੰ ਕੋਈ ਤਰੀਕਾ, ਕੋਈ ਹੋਰ ਵੇ ਆਉਂਦਾ ਹੈ ਕਿ ਕਿਉਂਕਿ ਦੇਖੋ ਸਾਡੇ ਤੱਕ ਇਹ ਵਾਲਾ ਆਈਡੀਆ ਵੀ ਪਹੁੰਚਿਆ ਸੀ, ਇਸ ਨੂੰ ਇੰਪਲੀਮੈਂਟ ਕੀਤਾ, ਸਾਨੂੰ ਆਪ ਬੜੀ ਖੁਸ਼ੀ ਹੋਈ ਕਿ ਕਿਸੇ ਇੱਕ ਪਾਸਿਓਂ ਬਣੀ ਹੋਈ ਲੈਅ ਨੂੰ ਅਸੀਂ ਇੱਕ ਸਫ਼ਰ ਬਣਾ ਕੇ ਇੱਕ ਮੁਕਾਮ ਤੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਸੋ ਇਸੇ ਤਰੀਕੇ ਨਾਲ ਕਈ ਵਾਰ ਐਸਾ ਹੁੰਦਾ ਕਿ ਥਾਟਸ ਬਹੁਤ ਲੋਕਾਂ ਦੇ ਦਿਮਾਗ ਦੇ ਵਿੱਚ ਹੁੰਦੇ ਨੇ। ਕਈ ਲੋਕ ਸੋਚ ਕੇ ਬੈਠੇ ਹੁੰਦੇ ਅਸੀਂ ਸੁਸਾਇਟੀ ਦੇ ਲਈ ਏਦਾਂ ਕਰਨਾ, ਅਸੀਂ ਬੱਚਿਆਂ ਦੇ ਲਈ ਕਰਨਾ ਹੈ, ਅਸੀਂ ਇਸ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਸਿਖਾਉਣਾ ਹੈ। ਸੋ ਜ਼ਰੂਰ ਸਾਨੂੰ ਕਾਲ ਕਰਕੇ ਤੁਹਾਡੇ ਨੰਬਰ ਦੇ ਉੱਤੇ ਜਾਂ ਸਾਡੇ ਸੋਸ਼ਲ ਮੀਡੀਆ ਪਲੇਟਫਾਰਮਸ ਸਾਨੂੰ ਕੰਟੈਕਟ ਕਰਕੇ ਸਾਨੂੰ ਸੁਜੈਸ਼ਨਸ ਜ਼ਰੂਰ ਦੇ ਸਕਦੇ ਹੋ, ਕਿਉਂਕਿ ਵੀ ਆਰ ਆਲਵੇਜ਼ ਓਪਨ ਐਂਡ ਬਹੁਤ ਖੁਸ਼ੀ ਹੋਏਗੀ ਉਹ ਸੁਜੈਸ਼ਨਸ ਲੈਂਦੇ ਹੋਏ, ਕਿਉਂਕਿ ਜਦੋਂ ਸਾਨੂੰ ਵੀ ਕਹਿੰਦੇ ਨੇ ਕਿ ਕੁਝ ਮਿਲ ਜੇ ਕਰਨ ਨੂੰ ਕਿ ਹਾਂਜੀ ਅਸੀਂ ਇਹਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਾਂ, ਸੋ ਉਹ ਤੋਂ ਵੱਡੀ ਗੱਲ ਕੋਈ ਨਹੀਂ ਹੁੰਦੀ। ਹੋਰ ਦਾ ਹਰਜਿੰਦਰ ਗਿੱਲ ਸ਼ੋਅ ਦੇ ਲਈ ਮੈਨੂੰ ਤਾਂ ਏਦਾਂ ਲੱਗਦਾ ਹੈ ਕਿ ਅਸੀਂ ਆਲਵੇਜ਼ ਓਪਨ ਆ, ਜਿੱਥੇ ਅਸੀਂ ਆਪਣੇ ਬਿਜ਼ਨੈਸਿਸ ਦੇ ਲਈ ਵੀ ਹਮੇਸ਼ਾ ਖੜੇ ਹਾਂ, ਅਸੀਂ ਆਪਣੇ ਲਿਸਨਰਸ ਲਈ, ਵਿਊਅਰਸ ਲਈ ਵੀ ਹਮੇਸ਼ਾ ਖੜੇ ਹਾਂ, ਕਿਉਂਕਿ ਐਟ ਦੇ ਐਂਡ ਤੇ ਸਾਡਾ ਮੀਡੀਅਮ ਇਸੇ ਲਈ ਹੈਗਾ ਕਿ ਉਹ ਕੁਝ ਸਿੱਖਣ ਤੇ ਸਾਨੂੰ ਵੀ ਸਿਖਾ ਕੇ ਜਾਣ। ਸੋ ਕਿਸੇ ਨੂੰ ਵੀ ਕੋਈ ਆਈਡੀਆ ਮਿਲਦਾ ਸਾਡੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ, ਜੀ ਮੀਡੀਆ ਗਰੁੱਪ ਦੇ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਪੇजेस ਤੇ ਜਾਂ ਤੁਹਾਡੇ ਨੰਬਰ ਦੇ ਉੱਤੇ ਕੰਟੈਕਟ ਕਰਕੇ ਸਾਨੂੰ ਸੁਜੈਸ਼ਨ ਜ਼ਰੂਰ ਦੇਣ ਕਿ ਇਸ ਤਰੀਕੇ ਦਾ ਵੀ ਅਸੀਂ ਕੋਈ ਕੰਟੈਸਟ ਕਰੀਏ, ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹਨੂੰ ਵੀ ਕੰਡਕਟ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ, ਕਿਉਂਕਿ ਕ੍ਰੀਏਟੀਵਿਟੀ ਦੀ ਹਰਜਿੰਦਰ ਜੀ ਇੱਥੇ ਕੋਈ ਕਮੀ ਨਹੀਂ ਹੈਗੀ। ਬਿਲਕੁਲ ਠੀਕ ਹੈ। ਇਹਦੇ ਲਈ ਦੋਸਤੋ ਅਸੀਂ ਜਿਵੇਂ ਡੈਫੀਨਿਟਲੀ ਹਰਸਿਮਰਤ ਹੋਰਾਂ ਨੇ ਕਿਹਾ, ਤੁਹਾਡੇ ਆਈਡੀਆਜ਼ ਜਿਹੜੇ ਵੀ ਅਗਰ ਤੁਹਾਡੇ ਮਨ 'ਚ ਕੋਈ ਇਸ ਤਰ੍ਹਾਂ ਦੇ ਕੋਈ ਕੋਈ ਆਈਡੀਆਜ਼ ਨੇ, ਉਹ ਸਾਨੂੰ ਜ਼ਰੂਰ ਦੱਸੋ ਕਿਸੇ ਵੀ ਰੂਪ ਦੇ ਵਿੱਚ, ਚਾਹੇ ਸਾਡੀ ਰੇਡੀਓ ਦੀ ਗੱਲ ਹੋਵੇ ਜਾਂ ਟੀਵੀ ਸ਼ੋਜ਼ ਦੀ ਗੱਲ ਹੋਵੇ। ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਹਰਸਿਮਰਤ ਆਪਾਂ ਇਹ ਨਹੀਂ ਕਹਿੰਦੇ ਵੀ ਅਸੀਂ ਕੋਈ ਬਹੁਤ ਵੱਡੀ ਗੱਲ ਜਾਂ ਬਹੁਤ ਵੱਡੀ ਮੱਲ ਮਾਰੀ ਹੈ, ਜੀ ਪਰ ਇਹ ਹੈ ਕਿ ਸਾਨੂੰ ਆਪਣੇ ਆਪ ਨੂੰ ਬੜੀ ਇਸ ਗੱਲ ਦੀ ਖੁਸ਼ੀ ਔਰ ਮਾਣ ਮਹਿਸੂਸ ਹੋ ਰਾਈਟ। ਰਿਹਾ ਕਿ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿੱਥੇ ਅਸੀਂ ਗੱਲਾਂ ਕਰਦੇ ਰਹੀਦਾ, ਦੱਸਦੇ ਰਹੀਦਾ, ਅਵੇਅਰਨੈਸ ਦੇ ਰੂਪ ਦੇ ਵਿੱਚ, ਇਨਫੋਰਮੇਸ਼ਨ ਪਹੁੰਚਦੀ ਕਰਨ ਦੇ ਰੂਪ ਦੇ ਵਿੱਚ ਅਸੀਂ ਕੋਈ ਨਾ ਕੋਈ ਆਪਣੇ ਹੋਰ ਵੀ ਸਾਡੇ ਪ੍ਰੋਗਰਾਮ ਦੇ ਸੈਗਮੈਂਟਸ ਦੇ ਨਾਲ ਅਸੀਂ ਜੋੜਨ ਦੇ ਲਈ ਇਨਕਰੇਜ ਕਰਦੇ ਹਾਂ। ਪਰ ਜੀ ਇਹ ਸਾਨੂੰ ਇੱਕ ਇਹੋ ਜਿਹਾ ਤਰੀਕਾ ਲੱਗਿਆ ਕਿ ਜਿੱਥੇ ਪੇਰੈਂਟਸ ਨੇ ਵੀ ਬੜਾ ਖੁਸ਼ੀ-ਖੁਸ਼ੀ ਆਪਣੇ ਆਪ ਨੂੰ ਔਨ ਬੋਰਡ ਕੀਤਾ, ਤੇ ਬੱਚਿਆਂ ਨੇ ਵੀ ਇਨਫੈਕਟ ਮੈਨੂੰ ਹੁਣ ਯਾਦ ਨਹੀਂ ਆ ਰਿਹਾ ਇੱਕ ਲੜਕੀ ਦਾ ਨਾਮ ਸੀ, ਤੇ ਉਹਨਾਂ ਨੇ ਬਹੁਤ ਇਮੋਸ਼ਨਲ ਗੱਲ ਇੱਕ ਕਹਿੰਦੇ ਹੋਏ ਕਿ ਸਾਨੂੰ ਜਿੱਥੇ ਉਹਨਾਂ ਨੇ ਥੈਂਕਸ ਕੀਤਾ ਕਿ ਅਸੀਂ ਇਹਦੇ ਨਾਲ ਸਾਰੀ ਫੈਮਿਲੀ ਇਕੱਠੇ ਹੋ ਕੇ 2 ਦਿਨ ਹੋ ਗਏ ਨੇ ਸਾਨੂੰ ਤਿਆਰੀ ਕਰਦਿਆਂ ਨੂੰ, ਫਿਲਮਸ ਦੇਖ ਰਹੇ ਹਾਂ, ਅਸੀਂ ਸਵਾਲ ਜਵਾਬ ਪੁੱਛ ਦੱਸ ਰਹੇ ਹਾਂ, ਇੱਕ ਦੂਜੇ ਦੇ ਕੋਲੋਂ ਟਰਾਈ ਕਰ ਰਹੇ ਹਾਂ। ਬੇਸ਼ੱਕ ਸਵਾਲ 5 ਪੁੱਛੇ ਜਾਣੇ ਸੀ, ਪਰ 50 ਦੇ 50 ਸਵਾਲ ਜਦੋਂ ਥਰੂ ਹੋਏ, ਤਾਂ ਉਹ ਤੁਸੀਂ ਆਪ ਦੇਖੋ ਕਿ ਕਿੰਨਾ ਵੱਡਾ ਈਵਨ ਈਵਨ ਕਹਿੰਦੇ ਕਿ ਪਰਿਵਾਰ ਸਾਰਾ 2 ਦਿਨ ਇਕੱਠਾ ਬੈਠਿਆ। ਹਾਂਜੀ। ਈਵਨ ਮੈਂ ਕਿਹਾ ਕਹਿੰਦੇ ਸੀ ਪਰਿਵਾਰ ਸਾਰਾ 2 ਦਿਨ ਇਕੱਠਾ ਬੈਠਿਆ, ਸੋ ਉਹਨਾਂ ਨੂੰ ਆਪਣੇ ਆਪ ਨੂੰ ਕਿੰਨੀ ਖੁਸ਼ੀ ਹੋਈ ਕਿ ਅਸੀਂ ਕਿਸੇ ਇੱਕ ਚੀਜ਼ ਨੂੰ ਦੇਖਣ ਲਈ ਇਕੱਠੇ ਬੈਠੇ। ਇਹ ਮੈਂ ਹੋਰ ਕਿਸੇ ਦੀ ਕੀ ਗੱਲ ਕਰਨੀ, ਮੈਂ ਆਪਣੀ ਫੈਮਿਲੀ ਦੀ ਗੱਲ ਕਰ ਰਿਹਾ। ਅਰਮਾਨ, ਇਸ਼ਾਨ, ਸਹਿਜ ਜਾਂ ਰਾਜਦੀਪ ਜਾਂ ਮੈਂ ਖੁਦ, ਅਸੀਂ ਜਦੋਂ ਜੀ ਬੈਠਦੇ ਸੀ, ਗੱਲ ਕਰਦੇ ਸੀ, ਜੀ ਤੁਸੀਂ, ਕਮਲਦੀਪ ਹੋਰੀ, ਅਸੀਂ ਸਾਰੇ ਜਾਣੇ ਜਦੋਂ ਕਿਤੇ ਡਿਸਕਸ ਕਰਨਾ ਸੀ ਜਾਂ ਕੋਈ ਕੁਐਸਚਨਸ ਪਲਾਨ ਕਰਨੇ ਸੀ, ਜਾਂ ਜੀ ਬੇਸ਼ੱਕ ਇਹ ਸਾਡੀ ਇੱਕ ਕੋਈ 3 ਘੰਟੇ ਦੇ ਜਿਹੜੇ ਪ੍ਰੋਗਰਾਮ ਦੀ ਜਦੋਂ ਲੜੀਬੱਧਤਾ ਜਿਹੜੀ ਆ ਉਹ ਇਸ ਤਰੀਕੇ ਨਾਲ ਅਸੀਂ ਪਲਾਨ ਕਰਨਾ ਚਾਹੁੰਦੇ ਸੀ ਕਿ ਉਹ ਬੜੀ ਸਮੂਥ ਫਲੋ ਦੇ ਨਾਲ ਚੱਲੇ। ਔਰ ਇਸੇ ਕਰਕੇ ਅਸੀਂ ਉਹਨੂੰ ਇਸ ਤਰ੍ਹਾਂ ਕੀਤਾ ਸੀ ਕਿ ਅਸੀਂ ਸਟੂਡੀਓ ਦੇ ਵਿੱਚੋਂ ਰਜਿਸਟਰ ਕਰਕੇ ਕਾਲਸ, ਜਿਹੜੇ ਪੇਰੈਂਟਸ ਨੇ ਸਾਨੂੰ ਰਜਿਸਟਰ ਕੀਤਾ ਸੀ, ਅਸੀਂ ਸਿਰਫ ਉਹਨਾਂ ਦੀਆਂ ਕਾਲਸ ਹੀ ਲੈ ਸਕੇ ਸੀ। ਕੁਛ ਕਾਲਸ ਜਿਹੜੀਆਂ ਪੇਰੈਂਟਸ ਚਾਹੁੰਦੇ ਸੀ, ਇੰਟਰਸਟਿਡ ਸੀਗੇ, ਫਿਰ ਅਸੀਂ ਉਹਨਾਂ ਨੂੰ ਵੀ 1-2 ਕਾਲਸ ਹੋਰ ਐਡੀਸ਼ਨਲ ਤੌਰ ਤੇ ਐਡ ਕਰ ਲਈਆਂ, ਪਰ ਹੋਰ ਵੀ ਚਾਹੁੰਦੇ ਹੋਣਗੇ ਪਰਿਵਾਰ, ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਤਰ੍ਹਾਂ ਦਾ ਹੋਰ ਉਪਰਾਲਾ ਜਿਹੜਾ ਉਹ ਕਰਦੇ ਵੀ ਰਵਾਂਗੇ, ਤੇ ਉਮੀਦ ਕਰਦੇ ਹਾਂ ਕਿ ਕਮਿਊਨਿਟੀ ਵੀ ਸਾਨੂੰ ਸਾਥ ਦਿੰਦੀ ਰਵੇ। ਸੋ ਜੀ ਇਸ ਨੋਟ ਦੇ ਉੱਤੇ ਹੁਣ ਇਸ ਗੱਲਬਾਤ ਨੂੰ ਥੋੜ੍ਹਾ ਜਿਹਾ ਇੱਥੇ ਸਮਾਪਤ ਕਰਦੇ ਹੋਏ, ਇੱਕ ਵਾਰ ਫਿਰ ਜਿੱਥੇ ਸਾਰੇ ਪਰਿਵਾਰਾਂ ਨੂੰ ਅਸੀਂ ਇਸ ਗੱਲ ਦੇ ਲਈ ਦੁਆ ਕਰਦੇ ਹਾਂ, ਇਸ ਗੱਲ ਦੇ ਲਈ ਅਰਦਾਸ ਕਰਦੇ ਹਾਂ, ਅਪੀਲ ਕਰਦੇ ਹਾਂ ਕਿ ਅਸੀਂ ਆਪਣੇ ਪਿਛੋਕੜ ਦੇ ਨਾਲ ਜੋੜਨ ਦੇ ਲਈ, ਆਪਣੇ ਕਲਚਰ ਦੇ ਨਾਲ ਜੁੜਨ ਲਈ, ਆਪਣੇ ਸਾਹਿਤ ਦੇ ਨਾਲ ਜੁੜਨ ਲਈ, ਆਪਣੇ ਇਤਿਹਾਸ ਦੇ ਨਾਲ ਜੁੜਨ ਲਈ, ਆਪਣੇ ਧਾਰਮਿਕ, ਸਮਾਜਿਕ, ਰਾਜਨੀਤਿਕ ਜਿਸ ਤਰ੍ਹਾਂ ਦੇ ਵੀ ਸਾਡੇ ਜਿਹੜੇ ਕਾਰ ਵਿਹਾਰ ਨੇ, ਜਿਸ ਤਰ੍ਹਾਂ ਦੇ ਵੀ ਸਾਡੇ ਦਾਇਰੇ ਨੇ,
ਉਹਦੇ ਨਾਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਜੋੜਨ ਦੇ ਲਈ ਕੋਈ ਨਾ ਕੋਈ ਆਪਣੇ ਵੱਲੋਂ ਵੀ ਕੋਸ਼ਿਸ਼ ਕਰੀਏ, ਜਿੱਥੇ ਕਿਤੇ ਸਾਡਾ ਮੀਡੀਆ ਦਾ ਯੋਗਦਾਨ ਪੈ ਸਕਦਾ ਸਾਨੂੰ ਵੀ ਜ਼ਰੂਰ ਦੱਸੋ, ਅਸੀਂ ਉੱਥੇ ਵੀ ਆਪਣੇ ਤੌਰ ਤੇ ਕੋਸ਼ਿਸ਼ ਕਰਦੇ ਰਹੀਏ। ਤੇ ਨਾਲ ਇਹ ਹੈ ਕਿ ਬੱਚਿਆਂ ਨੂੰ ਇਹਨਾਂ ਛੁੱਟੀਆਂ ਦੇ ਲਈ ਜਾਂ ਫਿਰ ਆਉਣ ਵਾਲੇ ਟਾਈਮ ਦੇ ਲਈ ਆਪਣੇ ਸਕੂਲ ਨਾਲ, ਆਪਣੀ ਪੜ੍ਹਾਈ ਦੇ ਨਾਲ ਜਿੱਥੇ ਅਸੀਂ ਜੋੜਦੇ ਹਾਂ, ਉੱਥੇ ਨਾਲ ਦੀ ਨਾਲ ਜਿਹੜੀਆਂ ਸਾਡੀਆਂ ਇਸ ਤਰ੍ਹਾਂ ਕਦਰਾਂ ਕੀਮਤਾਂ ਸਾਡੀਆਂ ਬਹੁਤ ਵੱਡੀ ਗਿਣਤੀ 'ਚ ਸਾਡੇ ਧਾਰਮਿਕ ਅਦਾਰੇ ਵੀ ਬਹੁਤ ਵਧੀਆ ਐਫਰਟਸ ਕਰਦੇ ਨੇ। ਬਹੁਤ ਸਾਰੇ ਪਰਿਵਾਰ ਤੁਸੀਂ ਆਪ ਦੇਖੋ ਕਿ ਜਿਨ੍ਹਾਂ ਨੂੰ ਸਾਨੂੰ ਸ਼ਾਇਦ ਬਹੁਤੀ ਜ਼ਿਆਦਾ ਤਿਆਰੀ ਕਰਨ ਦੀ ਵੀ ਲੋੜ ਨਹੀਂ ਪਈ ਹੋਣੀ ਹੈ, ਜਿਹੜੇ ਸਵਾਲ ਹੋਣੇ ਉਹਨਾਂ ਨੂੰ ਪਹਿਲਾਂ ਹੀ ਪਤਾ ਹੋਣੇ ਆ ਬਹੁਤ ਸਾਰੇ ਪਰਿਵਾਰਾਂ ਨੂੰ। ਸੋ ਉਹਨਾਂ ਲਈ ਵੀ ਅਸੀਂ ਬਹੁਤ-ਬਹੁਤ ਸ਼ੁਭਕਾਮਨਾਵਾਂ ਤੇ ਬੈਸਟ ਵਿਸ਼ੇਸ ਦਿੰਦੇ ਹੋਏ ਇਸ ਗੱਲਬਾਤ ਨੂੰ ਹੁਣ ਇੱਥੇ ਸਮਾਪਤ ਕਰਦੇ ਹਾਂ ਤੇ ਇਸ ਫੈਸਟੀਵਲ ਸੀਜ਼ਨ ਦੀ ਜਾਂ ਹੌਲੀਡੇ ਸੀਜ਼ਨ ਦੀ ਵੀ ਜਿੱਥੇ ਸ਼ੁਭਕਾਮਨਾਵਾਂ ਮੁਬਾਰਕਬਾਦ ਦਿੰਦੇ ਹਾਂ। ਸਹਿਜ ਦੱਸਣਾ ਚਾਹੋ ਥੋੜ੍ਹਾ ਜਿਹਾ ਇਹਨਾਂ ਛੁੱਟੀਆਂ ਦੇ ਲਈ ਹੋਰ ਐਕਟੀਵਿਟੀਜ਼ ਜਾਂ ਕਿਸ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਪਲਾਨ ਕੀਤਾ, ਜੇ ਅਸੀਂ ਚਲੋ ਇਹ ਜਿਹੜੇ 2 ਦਿਨ ਆਪਣੇ ਤਿਆਰੀ ਦੇ 'ਚ ਤਾਂ ਨਿਕਲ ਗਏ, ਪਰ ਬਾਕੀ ਦੇ ਟਾਈਮ ਨੂੰ ਕਿਵੇਂ ਪਲਾਨ ਕੀਤਾ? ਤੁਸੀਂ ਆਪਣੇ ਫੈਮਿਲੀ ਨਾਲ ਤੁਸੀਂ ਨਾਲ ਗੇਮਸ ਵੀ ਖੇਡ ਸਕਦੇ ਆ, ਆਪਣੇ ਨਾਲ ਫੈਮਿਲੀ ਸਪੈਂਡ ਟਾਈਮ ਵੀ ਕਰੋ। ਹਾਂਜੀ, ਨਾਲੇ ਹੁਣ ਨਵਾਂ ਸਾਲ ਆਉਣ ਲੱਗਿਆ ਆ, ਤੁਸੀਂ ਆਪਣੇ ਫੈਮਿਲੀ ਨਾਲ ਵੀ ਦੇਖ ਸਕਦੇ ਆ। ਕੋਈ ਮੂਵੀਆਂ ਵੀ ਦੇਖ ਸਕਦੇ ਆ, ਤੁਸੀਂ ਗੇਮਸ ਵੀ ਖੇਡ ਸਕਦੇ ਆ, ਆਪਣੇ ਬ੍ਰਦਰਸ ਦੇ ਨਾਲ ਵੀ ਜਿੱਦਾਂ ਅਰਮਾਨ ਇਸ਼ਾਨ ਨੂੰ ਉਹਨਾਂ ਨੂੰ ਤੰਗ ਵੀ ਕਰ ਸਕਦੇ ਆ। ਅਸੀਂ ਸਾਰਾ ਕੁਛ ਨਾਲ ਏਦਾਂ ਕਰ ਸਕਦੇ ਆ, ਹਾਂਜੀ। ਰਾਈਟ। ਅੱਛਾ ਤੇ ਜਿਹੜਾ ਤੰਗ ਕਰਨ ਵਾਲੀ ਗੱਲ ਕੀਤੀ ਤੇ ਫਿਰ ਜਿਹੜਾ ਅੱਗੇ ਉਹਨਾਂ ਨੇ ਤੰਗ ਕਰਨਾ ਤੁਹਾਨੂੰ? ਉਹ ਫਿਰ ਥੋੜ੍ਹਾ ਕੁਛ ਕੰਮ ਖ਼ਰਾਬ ਹੋ ਜਾਣਾ ਫਿਰ ਉਹਦਾ। ਉਹਨੂੰ ਉਹਨੂੰ ਬਰਦਾਸ਼ਤ ਕਰਨ ਦੀ ਸ਼ਕਤੀ ਵੀ ਰੱਖ ਸਕਦੇ ਆ। ਰਾਈਟ। ਹਾਂਜੀ। ਅੱਛਾ ਜਿਹੜਾ ਕੋਈ ਹੋਰ ਇਸ ਤੋਂ ਇਲਾਵਾ ਐਕਟੀਵਿਟੀਜ਼ ਮੈਨੂੰ ਯਾਦ ਆ ਆਪਾਂ ਪਿਛਲੇ ਦਿਨੀ ਰੇਡੀਓ ਤੇ ਗੱਲ ਕਰਦੇ ਸੀ ਕਿ ਬੱਚਿਆਂ ਨੂੰ ਹੋਰ ਕਿਵੇਂ ਇੰਗੇਜ ਕੀਤਾ ਜਾ ਸਕਦਾ, ਜਿਵੇਂ ਤੁਹਾਡੀ ਹੁਣ 13 ਸਾਲ ਤੁਹਾਡੀ ਏਜ ਹੈ ਜਾਂ ਜਿਹੜੇ ਬੱਚੇ ਇਸ ਤੋਂ ਛੋਟੀ ਉਮਰ ਦੇ ਜਾਂ ਥੋੜੀ ਵੱਡੀ ਉਮਰ ਦੇ ਨੇ, ਤੁਹਾਨੂੰ ਕੀ ਲੱਗਦਾ ਕਿ ਕਿਵੇਂ ਆਪਣਾ ਸਮਾਂ ਜਿਹੜਾ ਉਹਨੂੰ ਯੂਟੀਲਾਈਜ਼ ਕਰਨ? ਕਈ ਵਾਰੀ ਬਹੁਤ ਬਹੁਤ ਸਾਰੇ ਪਰਿਵਾਰਾਂ 'ਚ ਅਸੀਂ ਇਹ ਗੱਲ ਨੋਟਿਸ ਕਰਦੇ ਹਾਂ ਕਿ ਲੋਕ ਕਹਿ ਦਿੰਦੇ ਨੇ ਕਿ ਯਾਰ ਸਾਡੇ ਬੱਚੇ ਜਿੱਦਾਂ-ਜਿੱਦਾਂ ਵੱਡੇ ਹੁੰਦੇ ਜਾ ਰਹੇ ਨੇ, ਸਾਡੇ ਤੋਂ ਦੂਰ ਹੁੰਦੇ ਜਾ ਰਹੇ ਨੇ। ਹੂੰ। ਸਹਿਜ ਤੁਹਾਨੂੰ ਵੀ ਏਦਾਂ ਲੱਗਦਾ ਕਦੀ? ਨਹੀਂ ਮੈਨੂੰ ਨਹੀਂ ਏਦਾਂ ਲੱਗਦਾ, ਬਟ ਜਿੱਦਾਂ ਤੁਸੀਂ ਏਦਾਂ ਪਲਾਨ ਵੀ ਕਰ ਸਕਦੇ ਦੈਟ ਤੁਸੀਂ ਆਪਣੇ ਤੁਸੀਂ ਸਪੋਰਟਸ ਲਾਈਕ ਕਰਦੇ ਆ, ਤੁਸੀਂ ਆਪਣੇ ਕੋਈ ਬਾਸਕਟਬਾਲ ਇੰਡੋਰ ਕੈਂਪ 'ਚ ਹੋ ਜਾਓ ਤੁਸੀਂ, ਜਿਹਦੇ ਆਪਣੇ ਵਿੰਟਰ ਬ੍ਰੇਕ 'ਚ ਹੀ, ਜਾਂ ਤੁਸੀਂ ਭੰਗੜੇ ਕਲਾਸ 'ਚ ਚਲ ਜਾਓ ਜਿੱਦਾਂ ਮੈਂ ਜਾਂਦਾ ਨੱਚਦੀ ਜਵਾਨੀ ਦੇ, ਜਾਂ ਤੁਸੀਂ ਗਿੱਧਾ ਸਿੱਖ ਲਓ, ਜਾਂ ਤੁਸੀਂ ਢੋਲ ਦੀ ਕਲਾਸ ਲੈ ਲਓ, ਜਾਂ ਹੋਰ ਜਿਹੜੇ ਸਾਰੇ ਸਪੋਰਟਸ ਆ ਤੁਸੀਂ ਆਪਣੇ ਨਾਲ ਏਦਾਂ ਬਿਜ਼ੀ ਕਰ ਸਕਦੇ ਹੋ ਤੁਸੀਂ। ਰਾਈਟ। ਅੱਛਾ ਜਿਹੜੇ ਪੇਰੈਂਟਸ ਜਾਂ ਬੱਚੇ ਜਿੱਦਾਂ ਫੋਰ ਐਗਜ਼ਾਮਪਲ ਆਲਰੇਡੀ ਇਸ ਤਰ੍ਹਾਂ ਦੇ ਇਵੈਂਟਸ ਦੇ ਨਾਲ ਜੁੜੇ ਹੋਏ ਆ, ਫਿਰ ਉਹਨਾਂ ਨੂੰ ਤੁਹਾਨੂੰ ਲੱਗਦਾ ਕਿ ਕਿਤੇ ਪੜ੍ਹਾਈ ਦੇ ਵਿੱਚ ਕੋਈ ਫ਼ਰਕ ਪੈਂਦਾ ਹੈ? ਬੱਚਿਆਂ ਦੇ ਸਟੱਡੀ ਦੇ ਉੱਤੇ ਵੀ ਕੋਈ ਅਸਰ ਹੁੰਦਾ ਇਸ ਤਰ੍ਹਾਂ ਕਿ ਜ਼ਿਆਦਾ ਬਾਕੀ ਐਕਟੀਵਿਟੀਜ਼ ਦੇ ਬੱਚੇ ਜ਼ਿਆਦਾ ਬਿਜ਼ੀ ਹੋ ਜਾਂਦੇ ਹੋਣਗੇ ਤੇ ਆਪਣੀ ਸਟੱਡੀ ਵੱਲ ਪੂਰਾ ਫੋਕਸ ਨਹੀਂ ਕਰਦੇ ਹੋਣਗੇ? ਸਰ ਤੁਹਾਡਾ ਕੀ ਕੀ ਆਬਜ਼ਰਵੇਸ਼ਨ ਹੈ ਇਹਦੇ ਬਾਰੇ? ਨਹੀਂ ਮੈਨੂੰ ਲੱਗਦਾ ਸਟੱਡੀ ਵੀ ਤਾਂ ਠੀਕ ਹੀ ਹੋਊਗਾ, ਬਿਕੋਜ਼ ਲਾਈਕ ਐਵਰੀ ਕਿਡ ਨੂੰ ਤਾਂ ਕੁਛ ਖੁਸ਼ ਤਾਂ ਹੋਣਾ ਚਾਹੀਦਾ। ਇਫ ਉਹ ਬੱਚਾ ਕੋਈ ਜਿੱਦਾਂ ਹੈਪੀ ਨਹੀਂ ਆ, ਜਾਂ ਉਹ ਜਿੱਦਾਂ ਗੁੱਡ ਮੂਡ 'ਚ ਨਹੀਂ ਆ, ਫਿਰ ਉਹਦਾ ਫਿਰ ਜੋ ਵੀ ਉਹਦਾ ਸਕੂਲ ਜਾਂ ਕੰਮ ਜੋ ਵੀ ਆ, ਉਹਨਾਂ ਦੇ ਫਿਰ ਉਹ ਅਫੈਕਟ ਹੋ ਜਾਣਾ ਆ। ਸੋ ਦੈਟ ਇਫ ਉਹ ਕਹਿੰਦੇ ਅਸੀਂ ਇੱਕ ਬਾਸਕਟਬਾਲ ਦੇ ਕੈਂਪ 'ਚ ਜਾਣਾ ਚਾਹੁੰਦੇ ਆ, ਇਟ ਵੁਡ ਬੀ ਗੁੱਡ ਇਫ ਤੁਸੀਂ ਜਿੱਦਾਂ ਪਾ ਸਕਦੇ ਆ, ਜਾਂ ਇਫ ਉਹ ਕਹਿੰਦੇ ਅਸੀਂ ਭੰਗੜਾ ਸਿੱਖਣਾ ਚਾਹੁੰਦੇ, ਅਸੀਂ ਗਿੱਧਾ ਸਿੱਖਣਾ ਚਾਹੁੰਦੇ ਆ, ਉਹਦੇ ਲਈ ਵੀ ਬਿਕੋਜ਼ ਫਿਰ ਨਾ ਇਫ ਅਸੀਂ ਇਕੱਲੇ ਪੜ੍ਹਾਈ ਤੇ ਹੀ ਕੀਤਾ ਆ ਧਿਆਨ, ਫਿਰ ਉਹ ਜਸਟ ਉਹਨਾਂ ਨੇ ਲੋ ਹੀ ਜਿਹਾ ਰਹਿਣਾ, ਨਾਲੇ ਆਊਟਰ ਵਰਲਡ ਦਾ ਐਕਸਪਲੋਰ ਨਹੀਂ ਕਰ ਸਕਦੇ ਉਹ, ਅਦਰ ਚੀਜ਼ਾਂ ਨੂੰ ਓਬਜ਼ਰਵ ਐਂਡ ਐਕਸਪੀਰੀਅੰਸ ਨਹੀਂ ਕਰ ਸਕਦੇ ਉਹ। ਅੱਛਾ ਹਾਂਜੀ। ਜਿਹੜੀਆਂ ਤੁਸੀਂ ਕਿਹਾ ਕਿ ਇਸ ਤਰ੍ਹਾਂ ਬਾਕੀ ਦੀਆਂ ਹੋਰ ਐਕਟੀਵਿਟੀਜ਼ ਦੇ ਨਾਲ ਜਦੋਂ ਇੰਗੇਜ ਹੋਣਾ ਹੈ, ਤਾਂ ਕਈ ਵਾਰ ਹੋ ਸਕਦਾ ਡਰ ਇਸ ਗੱਲ ਦਾ ਵੀ ਰਵੇ ਕਿ ਯਾਰ ਕਿਤੇ ਬੱਚੇ ਸਾਡੇ ਕੋਈ ਜਿੱਦਾਂ ਹੁਣ ਵੱਧ ਏਜ ਦੀ ਗੱਲ ਕਰਦੇ ਹਾਂ, ਟੀਨਏਜਰਸ ਦੀ 13, 14, 15, 16 ਸਾਲ ਦੀ ਏਜ ਦੀ ਗੱਲ ਕਰਦੇ ਹਾਂ, ਤੇ ਕਈ ਵਾਰ ਪੇਰੈਂਟਸ ਨੂੰ ਇਸ ਗੱਲ ਦਾ ਵੀ ਡਰ ਹੁੰਦਾ ਕਿ ਪਤਾ ਨਹੀਂ ਉਹਨਾਂ ਦਾ ਸਰਕਲ ਕਿੱਦਾਂ ਦਾ ਹੋਣਾ ਹੈ, ਕਿਹੋ ਜਿਹੇ ਲੜਕੇ ਜਾਂ ਲੜਕੀਆਂ ਉਹਨਾਂ ਹਾਂਜੀ। ਦੇ ਵਿੱਚ ਹੋਣਗੇ, ਉਹਨਾਂ ਦੀ ਹਾਂਜੀ। ਹੈਬਿਟ ਖਰਾਬ ਨਾ ਹੋ ਜਾਣ, ਕਿਤੇ ਉਹ ਕੋਈ ਬੁਰੀ ਸੰਗਤ 'ਚ ਨਾ ਫਸ ਜਾਣ। ਕਦੀ ਤੁਸੀਂ ਆਪਣੇ ਸਰਕਲ ਦੇ ਵਿੱਚ ਫਰੈਂਡ ਸਰਕਲ 'ਚ ਇੱਦਾਂ ਦੀਆਂ ਗੱਲਾਂ ਕੀਤੀਆਂ ਹੋਣ ਤਾਂ ਕੀ ਗੱਲਾਂ ਕਰਦੇ ਹੋ ਆਪਸ 'ਚ? ਏਦਾਂ ਦੇ ਹੁੰਦੇ ਆ ਗੱਲ ਆਪਣੇ ਫਰੈਂਡ ਸਰਕਲ ਦੇ ਵਿੱਚ, ਬਟ ਇਹ ਤਾਂ ਜਦੋਂ ਹੁੰਦਾ ਵੀ ਆ, ਉਹ ਜਸਟ ਆਪਣੇ ਸੈਲਫ ਨੂੰ ਉਹਦਾ ਸਰਾਊਂਡ ਨਾ ਕਰਿਓ ਐਸ ਬੰਦਿਆਂ ਦੇ ਨਾਲ, ਇਫ ਉਹ ਕੁਛ ਬੈਡ ਕਰਦੇ ਆ, ਜਾਂ ਇਫ ਉਹਨਾਂ ਕੋਲ ਕੋਈ ਬੈਡ ਹੈਬਿਟਸ ਆ, ਉਹਨਾਂ ਦੇ ਨਾਲ ਕਿੱਦਾਂ ਕੋਈ ਸਰਾਊਂਡ ਨਾ ਕਰਿਓ। ਇਹ ਮੇਰਾ ਕੋਈ ਆਪਸ਼ਨ ਆ ਏਦਾਂ, ਹਨਾ। ਹਾਂਜੀ ਤੁਹਾਨੂੰ ਫਿਰ ਤੁਹਾਡੇ ਕਦੀ ਏਦਾਂ ਸਰਕਲ ਦੇ ਵਿੱਚ ਹੋਇਆ ਕਿ ਤੁਹਾਨੂੰ ਲੱਗਿਆ ਕਿ ਹਾਂ ਮੈਨੂੰ ਇਹ ਇੱਕ ਸਰਟਨ ਗਰੁੱਪ ਜਿਹੜਾ ਹੈ ਜਾਂ ਜਿਹੜੇ ਲੜਕੇ ਜਾਂ ਲੜਕੀਆਂ ਉਹਨਾਂ ਦੇ ਨਾਲ ਬਹੁਤਾ ਜ਼ਿਆਦਾ ਅਲੋਂਗ ਨਹੀਂ ਕਰਨਾ ਚਾਹੀਦਾ, ਉਹਨਾਂ ਤੋਂ ਦੂਰ ਰਹਿਣਾ ਚਾਹੀਦਾ, ਡਿਸਟੈਂਸ ਚਾਹੀਦਾ, ਇਸ ਤਰ੍ਹਾਂ ਤੁਹਾਨੂੰ ਵੀ ਫੇਸ ਕਰਨਾ ਪਿਆ ਸਕੂਲ 'ਚ ਕਦੀ? ਹਾਂਜੀ ਕਈ ਵਾਰੀ ਆ ਫੇਸ ਕਰਨਾ ਪਿਆ ਸੀ, ਬਟ ਇਟਸ ਫॉर ਅ ਗੁੱਡ ਕਾਜ਼।
ਫਿਰ ਤੁਸੀਂ ਏਦਾਂ ਉਹਨਾਂ ਦੇ ਨਾਲ ਕੋਈ ਬੈਡ ਚੀਜ਼ਾਂ ਨਹੀਂ ਤੁਸੀਂ ਕਰ ਸਕਦੇ, ਤੁਸੀਂ ਆਪਣੇ ਗੁੱਡ ਟਰੈਕ 'ਚ ਆਪਣਾ ਕਰ ਸਕਦੇ, ਆਪਣੇ ਗੁੱਡ ਫਰੈਂਡਸ ਨਾਲ ਵੀ ਤੁਸੀਂ ਖੇਡ ਸਕਦੇ ਆ, ਸਟੱਡੀ ਵੀ ਕਰ ਸਕਦੇ ਆ। ਅੱਛਾ, ਇੱਥੇ ਟੀਚਰਸ ਜਿਹੜੇ ਨੇ ਜਾਂ ਸਕੂਲ ਦੇ ਵਿੱਚ ਜਦੋਂ ਆਪਾਂ ਕੋਈ ਇਸ ਤਰ੍ਹਾਂ ਦੀਆਂ ਬੈਡ ਹੈਬਿਟਸ ਵਾਲੇ ਜਾਂ ਜਿਹੜੇ ਇਸ ਤਰ੍ਹਾਂ ਬੁਲੀ ਕਰਨ ਵਾਲੇ ਜਾਂ ਕੋਈ ਆਪਾਂ ਇਹ ਵੀ ਦੇਖਦੇ ਹਾਂ ਕਿ ਛੋਟੀ ਏਜ ਦੇ ਵਿੱਚ ਹੀ ਬੱਚੇ ਨਸ਼ੇ ਕਰਨ ਲੱਗ ਜਾਂਦੇ ਆ, ਸਮੋਕ ਕਰਨ ਲੱਗ ਜਾਂਦੇ ਆ, ਡਰਿੰਕ ਕਰਨ ਲੱਗ ਜਾਂਦੇ ਜਾਂ ਹੋਰ marijuana ਦੀ ਅੱਜ ਕੱਲ੍ਹ ਬਹੁਤ ਲੋਕਾਂ ਨੂੰ ਟੈਨਸ਼ਨ ਹੈ ਕਿ ਸਾਡੇ ਬੱਚੇ ਭੰਗ ਪੀਣ ਨਾ ਲੱਗ ਜਾਣ ਜਾਂ ਉਹ ਹੈਬਿਟ ਦੇ ਵਿੱਚ ਇਸ ਤਰ੍ਹਾਂ ਹੁੰਦਾ ਤੁਹਾਨੂੰ, ਤੁਸੀਂ ਕਦੇ observe ਕੀਤਾ ਹੋਵੇ, ਨੋਟਿਸ ਕੀਤਾ ਹੋਵੇ, ਕਿਉਂਕਿ ਅਜੇ ਤੁਸੀਂ ਤਾਂ ਛੋਟੇ ਹੋ, ਗ੍ਰੇਡ 8 ਦੇ ਵਿੱਚ ਹੋ, ਪਰ ਜਿੱਦਾਂ ਜਿੱਦਾਂ ਹੁਣ ਹਾਈ ਸਕੂਲ ਵੱਲ ਨੂੰ ਤੁਸੀਂ ਜਾਣਾ ਹੈ, ਅਗਲੇ 9th ਗ੍ਰੇਡ ਜਾਂ 10th ਗ੍ਰੇਡ ਦੇ ਵਿੱਚ ਨਾਰਮਲੀ ਇਹ ਸੁਣਨ 'ਚ ਆ ਜਾਂਦਾ ਕਿ ਬੱਚੇ ਜ਼ਿਆਦਾ ਵਿਗੜਦੇ ਨੇ। ਕੀ ਨੋਟਿਸ ਕੀਤਾ ਤੁਸੀਂ? ਜਿੱਦਾਂ ਹੁਣ ਮੇਰੇ ਗ੍ਰੇਡ 8 'ਚ ਏਦਾਂ ਕੁਛ ਤਾਂ ਹੁੰਦਾ ਹੀ ਨਹੀਂ, ਬਟ ਮਤਲਬ ਜਦੋਂ ਹਾਇਰ ਗ੍ਰੇਡ 'ਚ ਜਾਂਦੇ ਆ ਉਦੋਂ ਥੋੜ੍ਹਾ ਪ੍ਰੋਬਲਮ ਪੈ ਜਾਂਦਾ। ਕਈ ਲੋਕੀ ਉਹਨਾਂ ਨੂੰ ਲੱਗਦਾ ਜਿੱਦਾਂ ਕੂਲ ਆ ਸਮੋਕ ਕਰਨ ਨੂੰ ਜਾਂ ਡਰਿੰਕ ਕਰਨ ਨੂੰ ਜਾਂ ਕੁਛ ਬੈਡ ਹੈਬਿਟਸ ਕਰਨ ਨੂੰ। ਉਹ ਫਿਰ ਹਾਂਜੀ, ਬਿਕੋਜ਼ ਇਫ ਯੂ ਸਰਾਊਂਡ ਯੂਰਸੈਲਫ ਏਦਾਂ ਦੇ ਲੋਕਾਂ ਦੇ ਨਾਲ, ਫਿਰ ਤੁਸੀਂ ਵੀ ਥਿੰਕ ਕਰਨਾ ਦੈਟ ਮੈਂ ਵੀ ਏਦਾਂ ਕਰਨਾ ਚਾਹੁੰਦਾ, ਦੈਟ ਉਹ ਬੰਦਾ ਬਹੁਤ ਕੂਲ ਹੈ ਏਦਾਂ ਕਰਕੇ। ਬਟ ਉਹ ਨਹੀਂ ਆ ਏਦਾਂ ਕਰਕੇ, ਉਹਨਾਂ ਦੇ ਫਿਰ ਉਹਨਾਂ ਦਾ ਲਾਈਫ ਡਾਊਨ ਚੱਲ ਜਾਂਦਾ, ਉਹਦਾ ਸਾਰਾ ਸਿਸਟਮ ਖਰਾਬ ਹੋ ਜਾਂਦਾ ਉਹਨਾਂ ਦਾ ਏਦਾਂ ਕਰਕੇ। ਓਕੇ, ਹਰਸਿਮਰਤ ਤੁਸੀਂ ਕੁਛ ਇਨਪੁਟ ਦੇਣਾ ਚਾਹੋ, ਜਿੰਨੀ ਕਿ ਸਹਿਜ ਦੇ ਨਾਲ ਹੁਣ ਆਪਾਂ ਗੱਲ ਕਰ ਰਹੇ ਸੀ, ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਦੇ ਸੀ ਕਿ ਕਈ ਵਾਰ ਅਸੀਂ ਥਰੂ ਨਹੀਂ ਹੁੰਦੇ, ਬੱਚਿਆਂ ਦੇ ਨਾਲ ਡਿਸਕਸ ਨਹੀਂ ਕਰਦੇ, ਸ਼ਾਇਦ ਉਹਨਾਂ ਨੂੰ ਅਸੀਂ ਜਦੋਂ ਇਸ ਤਰ੍ਹਾਂ ਦੇ ਮਾਹੌਲ ਦੇ ਬਾਰੇ 'ਚ ਜਾਣਕਾਰੀ ਨਹੀਂ ਹੁੰਦੀ ਪਹਿਲਾਂ, ਕਿਉਂਕਿ ਅਸੀਂ ਸ਼ਾਇਦ ਉਹਨਾਂ ਨੂੰ ਅਵੇਅਰ ਨਹੀਂ ਕੀਤਾ ਹੁੰਦਾ, ਉਹਨਾਂ ਨੂੰ ਅਲਰਟ ਨਹੀਂ ਕੀਤਾ, ਉਹਨਾਂ ਤੱਕ ਇਹ ਇਨਫੋਰਮੇਸ਼ਨ ਨਹੀਂ ਪਹੁੰਚਦੀ ਕੀਤੀ, ਤਾਂ ਕਰਕੇ ਸ਼ਾਇਦ ਬੱਚੇ ਇਸ ਤਰ੍ਹਾਂ ਵਿਗੜ ਜਾਂਦੇ ਨੇ ਜਾਂ ਖਰਾਬ ਹੁੰਦੇ ਨੇ, ਜਾਂ ਕੀ ਤੁਹਾਡੀ ਆਬਜ਼ਰਵੇਸ਼ਨ ਕੀ ਹੈ? ਜੀ ਬਿਲਕੁਲ, ਈਵਨ ਮੈਨੂੰ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਕਿਉਂਕਿ ਜਦੋਂ ਮੈਂ ਪਹਿਲੇ ਸਹਿਜ ਸਕੂਲ ਜਾਂਦੇ ਸੀਗੇ ਇੰਨਾ ਜ਼ਿਆਦਾ ਟਾਈਮ ਨਹੀਂ ਹੁੰਦਾ ਸੀ, ਪਰ ਜਦੋਂ ਤੋਂ ਸਹਿਜ ਆਪਣੇ ਰੇਡੀਓ ਤੇ ਆ ਰਹੇ ਨੇ ਉਸ ਤੋਂ ਬਾਅਦ ਸਾਡੇ ਨਾਲ ਗੱਲਬਾਤ ਕਰ ਰਹੇ ਨੇ, ਸੋ ਮੈਨੂੰ ਇਸ ਗੱਲ ਦੀ ਵੀ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਅਸੀਂ ਖੁੱਲ ਕੇ ਕਿਸੇ ਚੀਜ਼ ਬਾਰੇ ਗੱਲਬਾਤ ਕਰ ਪਾਉਂਦੇ ਆ ਨਾ, 12 13 14 ਇੱਕ ਏਦਾਂ ਦੀ ਏਜ ਹੁੰਦੀ ਹੈ ਜਿੱਥੇ ਜੇ ਤੁਹਾਡੇ ਥਾਟਸ ਕਲੀਅਰ ਹੋ ਜਾਣ ਨਾ, ਸੋ ਅੱਗੇ ਮੈਨੂੰ ਲੱਗਦਾ ਲਾਈਫ 'ਚ ਤੁਹਾਡੇ ਕੋਲ ਗਲਤੀਆਂ ਘੱਟ ਹੁੰਦੀਆਂ, ਇਹ ਨਹੀਂ ਹੁੰਦੀਆਂ ਕਿ ਹੁੰਦੀਆਂ ਨਹੀਂ, ਨਾਦਾਨੀ ਦੇ ਵਿੱਚ ਅਸੀਂ ਕਰ ਵੀ ਜਾਂਦੇ ਹਾਂ, ਉਹਦੇ ਉਹ ਇੱਕ ਪਾਰਟ ਆਫ ਲਾਈਫ ਹੈ। ਪਰ ਆਈ ਐਮ ਵੈਰੀ ਹੈਪੀ ਐਂਡ ਆਈ ਐਮ ਰੀਅਲੀ ਸਰਪ੍ਰਾਈਜ਼ਡ ਐਂਡ ਰੀਅਲੀ ਸੈਟਿਸਫਾਈਡ ਈਵਨ ਕਿ ਸਹਿਜ ਦੀਆਂ ਗੱਲਾਂ ਸੁਣ ਕੇ ਆਈ ਰੀਅਲੀ ਲਾਈਕਡ ਇਟ ਕਿ ਇਸ ਤਰ੍ਹਾਂ ਦੇ ਬੱਚੇ, ਇਸ ਏਜ ਦੇ ਬੱਚੇ ਜੇ ਇਦਾਂ ਦੀਆਂ ਗੱਲਾਂ ਕਰਨ ਲੱਗ ਜਾਣ ਤਾਂ ਸ਼ਾਇਦ ਸਾਡੇ ਲਈ ਇੱਕ ਚੰਗੇ ਫਿਊਚਰ ਦੀ ਇੰਡੀਕੇਸ਼ਨ ਹੈ ਕਿ ਸਾਡੀ ਜਿਹੜੀ ਅੱਗੇ ਫਿਊਚਰ ਹੈ ਉਹ ਚੰਗਾ ਵੀ ਹੋ ਸਕਦਾ ਹੈ। ਜਿਹੜੀ ਤੁਹਾਡੀ ਗੱਲਬਾਤ ਦੇ ਲਈ ਹਰਜਿੰਦਰ ਜੀ, ਜੇ ਮੈਂ ਕੁਝ ਕਹਿਣਾ ਚਾਹਾਂ ਤਾਂ ਚੰਗਾ ਜਾਂ ਮਾੜਾ ਡਿਫਰ ਕਰਨਾ ਬਹੁਤ ਔਖਾ ਹੈ, ਇਹ ਬਹੁਤ ਥਿਨ ਲਾਈਨਰ ਹੈ, ਇਹਦੇ ਵਿੱਚ ਸਿਰਫ ਇੱਕ ਸਮਝਦਾਰੀ ਦੀ ਉਹ ਜਿਹੜੀ ਥਿਨ ਲਾਈਨ ਹੈ, ਉਹ ਸਿਰਫ ਇੱਕ ਸਮਝਦਾਰੀ ਦੀ ਥਿਨ ਲਾਈਨ ਹੈ ਕਿ ਜੇ ਤੁਸੀਂ ਆਪਣੇ ਥਾਟਸ ਨੂੰ ਕਲੀਅਰ ਕਰ ਲਓ। ਸੋ ਮੈਨੂੰ ਏਦਾਂ ਲੱਗਦਾ ਕੂਲ ਹੋਣਾ, ਜਿਹੜੀ ਸਹਿਜ ਨੇ ਗੱਲ ਕੀਤੀ ਉਹ ਬਿਲਕੁਲ 100% ਕਰੈਕਟ ਗੱਲ ਹੈ, ਕਿਉਂਕਿ ਜਦੋਂ ਤੁਸੀਂ ਆਪਣੇ ਅੰਦਰ ਇਹ ਮਿੱਥ ਲੈਂਦੇ ਹੋ ਕਿ ਸ਼ਾਇਦ ਅਸੀਂ ਜਦੋਂ ਇਹ ਕਰ ਰਹੇ ਹਾਂ ਨਾ ਤੇ ਇਹ ਬੜਾ ਕੂਲ ਹੈ, ਹੂੰ। ਤੋ ਇਹ ਟੈਗਸ ਹੀ ਨਹੀਂ ਦੇਣੇ ਚਾਹੀਦੇ, ਕਿਉਂਕਿ ਮੈਂ ਇਹ ਚੀਜ਼ ਨੂੰ ਕਲੋਜ਼ਲੀ ਇਸ ਲਈ ਫੋਲੋ ਕਰ ਰਹੀ ਹਾਂ ਕਿਉਂਕਿ ਮੈਂ ਛੋਟੇ ਹੁੰਦੇ ਬੜੀ ਬੋਰਿੰਗ ਹੁੰਦੀ ਸੀ, ਬਹੁਤ ਹੀ ਬੋਰਿੰਗ ਹੁੰਦੀ ਸੀ, ਤੇ ਮੈਨੂੰ ਮੇਰੇ ਨਾਲ ਦੀ ਕੁੜੀਆਂ ਨੇ ਕਹਿਣਾ ਕਿ ਯਾਰ ਮਤਲਬ ਤੁਸੀਂ ਤਾਂ ਏਦਾਂ ਨਹੀਂ ਕਰਦੀ ਹੈ ਨਾ, ਏਦਾਂ ਨਹੀਂ ਕਰਦੀ, ਤੂੰ ਤਾਂ ਇਹ ਨਹੀਂ ਕਰਦੀ, ਤਾਂ ਤੂੰ ਤਾਂ ਬਿਲਕੁਲ ਹੀ ਬੋਰਿੰਗ ਹੈ। ਸੋ ਮੈਂ ਕਹਿਣਾ ਦੈਟਸ ਓਕੇ ਹੈ ਨਾ, ਉਹਦੇ ਲਈ ਮੈਂ ਆਪਣੇ ਉੱਤੇ ਇਹ ਨਹੀਂ ਲੈਣਾ ਕਿ ਮੈਂ ਬੋਰਿੰਗ ਹਾਈ, ਮੈਂ ਹੁਣ ਇਹਨਾਂ ਨੂੰ ਇੰਟਰਸਟਿੰਗ ਜਤਾਉਣ ਦੇ ਲਈ ਹੁਣ ਏਦਾਂ ਦਾ ਕੀ ਕਰਾਂ। ਸੋ ਸੇਮ ਵਿਦ ਮਾਈ ਸਿਸਟਰ, ਉਹ ਮੇਰੇ ਤੋਂ 3 ਸਾਢੇ 3 ਸਾਲ ਛੋਟੇ ਹੈ, ਸੋ ਉਹਨੂੰ ਬੜਾ ਹੁੰਦਾ ਸੀ ਕਿ ਨਹੀਂ ਜੀ ਮੈਂ ਇਹ ਵੀ ਦੇਖਣਾ, ਇਹ ਵੀ ਦੇਖਣਾ। ਸੋ ਮੈਂ ਇਹ ਸੋਚਦੀ ਹਾਂ ਕਿ ਜਦੋਂ ਕਿਸੇ ਨੇ ਕੋਈ ਚੀਜ਼ ਦੇਖਣੀ ਹੈ ਨਾ, ਉਹਨੂੰ ਇੱਕ ਵਾਰ ਦੇਖਣ ਦਿਓ, ਦੇਖਣ ਤੋਂ ਬਾਅਦ ਉਹਦੇ ਨਾਲ ਬੈਠ ਕੇ ਡਿਸਕਸ਼ਨ ਕਰੋ ਕਿ ਕੀ ਸੱਚੀ ਤੈਨੂੰ ਇਹ ਚੀਜ਼ ਸਹੀ ਲੱਗੀ ਜਾਂ ਬੁਰੀ ਲੱਗੀ ਜਾਂ ਗਲਤ ਲੱਗੀ ਜਾਂ ਸਹੀ ਲੱਗੀ। ਸੋ ਜਦੋਂ ਉਹਨੂੰ ਦੇਖ ਕੇ ਆਬਜ਼ਰਵ ਕਰਦੇ ਨੇ ਨਾ, ਜਦੋਂ ਤੁਸੀਂ ਉਸ ਬਾਰੇ ਗੱਲਬਾਤ ਕਰਦੇ ਹੋ, ਤੁਹਾਨੂੰ ਉਹਦੇ ਪ੍ਰੋਜ਼ ਐਂਡ ਕੌਨਸ ਆਪੇ ਪਤਾ ਲੱਗਦੇ ਆ। ਸੋ ਉਹਦੇ ਲਈ ਡਿਸਕਸ਼ਨ ਕਰਨੀ ਬੜੀ ਜ਼ਰੂਰੀ ਹੈ, ਪਰ ਜਦੋਂ ਤੁਸੀਂ ਉਹ ਚੀਜ਼ ਨੂੰ ਡਿਸਕਸ ਨਹੀਂ ਕਰਦੇ ਨਾ, ਸੋ ਤੁਸੀਂ ਇੱਕੋ ਹੀ ਪੱਖ ਦੇਖਦੇ ਹੋ, ਇਸ ਲਈ ਤੁਸੀਂ ਆਪਣੇ ਅੰਦਰੋਂ ਗੱਲਾਂ ਨੂੰ ਛੋਟੀਆਂ ਛੋਟੀਆਂ ਨੂੰ ਬਿਠਾ ਲੈਂਦੇ ਹੋ ਕਿ ਸ਼ਾਇਦ ਇਹੀ ਚੀਜ਼ ਸਹੀ ਹੈ, ਕਿਉਂਕਿ ਅਸੀਂ ਉਹਨੂੰ ਉਹਦੇ ਲਈ ਉਹਨੂੰ ਕਾਊਂਟਰ ਕਰਨ ਦੇ ਲਈ ਸਾਡੇ ਕੋਲ ਹੋਰ ਕੋਈ ਥਾਟਸ ਨਹੀਂ ਹੁੰਦੇ। ਸੋ ਇਹ ਬੜਾ ਵੱਡਾ ਪ੍ਰੈਸ਼ਰ ਹੁੰਦਾ, ਇੱਕ ਪੀਅਰ ਪ੍ਰੈਸ਼ਰ, ਇਹਨੂੰ ਐਕਚੁਅਲੀ ਬੜਾ ਵੱਡਾ ਪੀਅਰ ਪ੍ਰੈਸ਼ਰ ਹੈ, ਜਿੱਥੇ ਤੁਸੀਂ ਆਪਣੇ ਆਲੇ ਦੁਆਲੇ ਦੇ এনवायरमेंट ਦੇ ਵਿੱਚ ਧੱਸਦੇ ਜਾਂਦੇ ਹੋ। ਹੁਣ ਤੁਸੀਂ ਐਕਚੁਅਲ ਚ ਸੋਚਦੇ ਹੋ ਕਿ ਯਾਰ ਇਹ ਕਿੰਨੇ ਮਤਲਬ ਇਹਨਾਂ ਦੀ ਕਿੰਨੀ ਵਧੀਆ ਲਾਈਫ ਹੈ ਨਾ। ਸੋ ਸਹਿਜ ਨੇ ਬਹੁਤ ਵਧੀਆ ਗੱਲ ਕੀਤੀ ਕਿ ਉਹ ਅੱਗੇ ਜਾ ਕੇ ਆਪਣੀ ਜ਼ਿੰਦਗੀ ਨੂੰ ਥੱਲੇ ਪਾ ਰਹੇ ਹੁੰਦੇ ਆ। ਹੂੰ, ਹੂੰ, ਹੂੰ। ਤੋ ਇਹ ਇੱਕ ਬੜਾ ਵੱਡਾ ਸੁਜੈਸ਼ਨ ਹੈ ਕਿ ਜੇ ਆਪਸ ਦੇ ਵਿੱਚ ਹੀ ਸੀ, ਜੇ ਇੱਕ ਛੋਟਾ ਜਿਹਾ ਐਗਜ਼ਾਮਪਲ ਹੋਰ ਦੇਣਾ ਚਾਹਾਂਗੀ, ਜਦੋਂ 3 4 ਬੱਚੇ ਗੱਲ ਕਰ ਰਹੇ ਹੋਣ, ਜਦੋਂ ਜਿਹੜਾ ਇਨਸਾਨ ਜਾਂ ਜਿਹੜਾ ਬੱਚਾ ਆਪਣੇ ਆਪ ਨੂੰ ਕੂਲ ਕਹਿੰਦਾ ਹੈ, ਜੇ ਉਹਦੇ ਚ ਉਹਨਾਂ ਕੌਨਫੀਡੈਂਸ ਹੈ, ਤਾਂ ਜੇ ਅਸੀਂ ਸਹਿਜ ਨੂੰ ਮੰਨ ਲੈਂਦੇ ਹਾਂ ਕਿ ਉਹ ਅਨਕੂਲ ਹੈ, ਬਟ ਫਿਰ ਵੀ ਉਹਦੇ ਚ ਅਨਕੂਲ ਹੋ ਕੇ ਵੀ ਕੌਨਫੀਡੈਂਸ ਹੈ ਨਾ ਕਿ ਮੈਂ ਅਨਕੂਲ ਵੀ ਏਦਾਂ, ਸੋ ਸ਼ਾਇਦ ਉਹ ਕੂਲ ਦੇ ਵਿੱਚ ਕਿਤੇ ਨਾ ਕਿਤੇ ਗੱਲਾਂ ਜਾਂਦੀਆਂ ਕਿ ਨਹੀਂ ਯਾਰ ਜੇ ਸਾਡੇ ਚ ਕੌਨਫੀਡੈਂਸ ਹੈ ਤਾਂ ਉਹਦੇ ਚ ਵੀ ਹੈ।
ਪਰ ਜਿਹੜੇ ਅੰਡਰ ਕੌਨਫੀਡੈਂਟ ਹੁੰਦੇ ਨੇ ਨਾ, ਉਹ ਆਪਣੇ ਆਪ ਨੂੰ ਉਸ ਅੰਡਰ ਕੌਨਫੀਡੈਂਟ ਦੇ ਵਿੱਚ ਵਿਚਾਰੇ ਸ਼ਾਇਦ ਗਲਤੀਆਂ ਕਰਨ ਦੇ ਲਈ ਮਜਬੂਰ ਕਰ ਲੈਂਦੇ ਨੇ। ਸੋ ਜੇ ਤੁਸੀਂ ਕੂਲ ਹੋ ਜਾਂ ਅਨਕੂਲ ਹੋ, ਉਹਦਾ ਨਹੀਂ ਫਰਕ ਪੈਂਦਾ, ਤੁਸੀਂ ਕੌਨਫੀਡੈਂਟ ਕਿੰਨੇ ਹੋ ਆਪਣੇ ਥਾਟਸ ਦੇ ਨਾਲ, ਉਹਦਾ ਫਰਕ ਪੈਂਦਾ ਹੈ। ਕਿਉਂਕਿ ਜਦੋਂ ਤੁਸੀਂ ਗੱਲਬਾਤ ਕਰਦੇ ਹੋ ਔਰ ਆਪਣੇ ਆਪ ਨੂੰ ਲੈਟ ਡਾਊਨ ਕਰਕੇ ਪਿੱਛੇ ਨਹੀਂ ਕਰ ਲੈਂਦੇ, ਸੋ ਜਿੱਦਾਂ ਸਹਿਜ ਹੈ, ਸਹਿਜ ਨੇ ਮੈਨੂੰ ਲੱਗਦਾ ਕਿ ਐਕਸਪੀਰੀਅੰਸ ਜੇ ਕੀਤਾ ਵੀ ਹੋਵੇ ਤਾਂ ਉਹਨੂੰ ਪਤਾ ਹੈ ਕਿ ਜੇ ਮੈਂ ਇਹ ਚੀਜ਼ ਨੂੰ ਮਨਾ ਕਰ ਦਾਂਗਾ ਤੇ ਇਹਦੇ ਵਿੱਚ ਮੈਂ ਕੋਈ ਆਪਣੇ ਉੱਤੇ ਇਹ ਨਹੀਂ ਲੈ ਲੂੰਗਾ ਕਿ ਹਾਂਜੀ ਤੁਸੀਂ ਮੈਨੂੰ ਜੋ ਟੈਗ ਦੇ ਰਹੇ ਹੋ ਉਹ ਪੂਰਾ ਹੋ ਗਿਆ। ਸੋ ਇਦਾਂ ਹੀ ਹੋਣਾ ਚਾਹੀਦਾ ਜਿੰਦਰ ਜੀ, ਕਿ ਜੇ ਤੁਸੀਂ ਜਿਹੜੀ ਵੀ ਚੀਜ਼ ਤੁਹਾਨੂੰ ਸਹੀ ਲੱਗਦੀ ਹੈ ਤੁਸੀਂ ਉਹਨੂੰ ਸ਼ੇਅਰ ਕਰੋ, ਕਿਉਂਕਿ ਸ਼ੇਅਰ ਆਫ ਥਾਟਸ ਦੇ ਨਾਲ ਹੀ ਅਸੀਂ ਗਲਤ ਸਹੀ ਦੀ ਪਹਿਚਾਣ ਕਰ ਪਾਉਂਦੇ ਹਾਂ। ਅੱਛਾ ਸਹਿਜ, ਜਦੋਂ ਸਕੂਲ ਦੇ ਵਿੱਚ ਆਪਾਂ ਜਾਂਦੇ, ਮੈਨੂੰ ਨਹੀਂ ਲੱਗਦਾ, ਆਪਾਂ ਪਹਿਲਾਂ ਇੱਕ ਦਿਨ ਰੇਡੀਓ ਤੇ ਵੀ ਮੈਨੂੰ ਯਾਦ ਆ ਕਿ ਗੱਲ ਕੀਤੀ ਸੀ ਕਿ ਕੋਈ ਨਾ ਤਾਂ ਕੋਈ ਪੇਰੈਂਟਸ ਚਾਹੁੰਦੇ ਨੇ ਇੱਦਾਂ ਕਿ ਸਾਡੇ ਬੱਚੇ ਖਰਾਬ ਹੋਣ, ਸਾਡੇ ਬੱਚੇ ਕੋਈ ਗਲਤ ਸੰਗਤ 'ਚ ਪੈ ਜਾਣ, ਸਾਡੇ ਬੱਚੇ ਲੜਾਈਆਂ ਝਗੜਿਆਂ 'ਚ ਪੈਣ, ਸਾਡੇ ਬੱਚੇ ਉੱਥੇ ਪੜ੍ਹਾਈ ਤੇ ਫੋਕਸ ਨਾ ਕਰਨ। ਕੋਈ ਪੇਰੈਂਟ ਨਹੀਂ ਚਾਹੁੰਦਾ ਕਿ ਸਾਡੇ ਬੱਚੇ ਨਸ਼ੇ ਕਰਨ ਲੱਗ ਜਾਣ। ਕੋਈ ਪੇਰੈਂਟ ਨਹੀਂ ਚਾਹੁੰਦਾ ਕਿ ਸਾਡੇ ਬੱਚੇ ਜਿਹੜੇ ਆ ਕਿਸੇ ਨਾਲ ਲੜਾਈ ਝਗੜਾ ਕਰਕੇ ਆ ਕੰਪਲੇਂਟ ਕਰਕੇ ਉਹਨਾਂ ਨੂੰ ਸਕੂਲ ਦੇ ਵਿੱਚੋਂ ਕੱਢ ਦਿੱਤਾ ਜਾਵੇ ਜਾਂ ਸਸਪੈਂਡ ਕਰਤਾ ਜਾਵੇ ਜਾਂ ਕੋਈ ਵੀ ਪਨਿਸ਼ਮੈਂਟ ਦਿੱਤੀ ਜਾਵੇ। ਪਰ ਫਿਰ ਵੀ ਕਿਸੇ ਨਾ ਕਿਸੇ ਰੂਪ 'ਚ ਜਦੋਂ ਬੱਚੇ ਖਾਸ ਤੌਰ ਦੇ ਉੱਤੇ, ਆਪਾਂ ਦੁਬਾਰਾ ਫਿਰ ਉਸੇ ਗੱਲ ਨੂੰ ਮੈਂ ਲੈ ਕੇ ਆਉਣਾ ਕਿ ਜਦੋਂ ਇਹ ਗੱਲ ਅਕਸਰ ਅਸੀਂ ਸੁਣਦੇ ਹਾਂ ਕਿ 6-7 ਆਈ ਮੀਨ 6ਵੇਂ 7ਵੇਂ ਗ੍ਰੇਡ ਦੇ ਵਿੱਚ ਤਾਂ ਕਈ ਵਾਰੀ ਉਨੀ ਪ੍ਰੋਬਲਮ ਨਹੀਂ ਹੁੰਦੀ, ਪਰ 8ਵੀਂ 9ਵੀਂ ਜਾਂ 10ਵੀਂ ਗ੍ਰੇਡ 'ਚ ਜਦੋਂ ਤੱਕ ਬੱਚੇ ਪਹੁੰਚਦੇ ਆ ਤਾਂ ਉਹਨਾਂ ਦੇ ਉੱਪਰ ਬਹੁਤ ਸਾਰਾ ਇਹੋ ਜਿਹਾ ਮਾਹੌਲ ਇੱਕ ਨਵਾਂ ਸਿਰਜਿਆ ਜਾਂਦਾ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਉਹਨਾਂ ਬੁਰੀ ਸੰਗਤ ਦੇ ਵਿੱਚ ਫਸਣ ਤੋਂ ਰੋਕਿਆ ਨਹੀਂ ਜਾ ਪਾਉਂਦਾ। ਬਹੁਤ ਸਾਰੇ ਬੱਚੇ ਨਾ ਚਾਹੁੰਦੇ ਹੋਏ ਵੀ ਉਸ ਸਿਚੁਏਸ਼ਨ 'ਚ ਫਸ ਜਾਂਦੇ ਆ। ਕਦੀ ਅਬਜ਼ਰਵ ਕੀਤਾ ਕੁਛ ਇਹਦੇ ਬਾਰੇ, ਜਾਂ ਐਨਾਲਿਸਿਸ, ਜਾਂ ਤੁਹਾਡੇ ਟੀਚਰਸ ਨੇ ਤੁਹਾਨੂੰ ਐਕਸਪਲੇਨ ਕੀਤਾ ਹੋਵੇ, ਜਾਂ ਤੁਹਾਡੇ ਕਲਾਸਮੇਟ ਨੇ ਨਾਲ ਕਦੀ ਕੋਈ ਗੱਲ ਕੀਤੀ ਹੋਵੇ ਸਹਿਜ? ਏਦਾਂ ਕਲਾਸ ਦੇ ਨਾਲ ਏਦਾਂ ਕੋਈ ਗੱਲ ਕੀਤੀ ਨਹੀਂ, ਏਦਾਂ ਟੀਚਰ ਦੇ ਨਾਲ। ਥੋੜ੍ਹੇ ਜਿਹੇ ਏਦਾਂ ਨਾਲ if ਤੁਸੀਂ ਕੋਈ 1 by 1 ਟੀਚਰ ਨਾਲ ਗੱਲ ਕਰਦੇ ਆ, ਉਹ ਫਿਰ ਤੁਸੀਂ ਗੱਲ ਕਰ ਸਕਦੇ ਆ। ਏਦਾਂ ਜਿੱਦਾਂ ਤੁਸੀਂ ਕਹਿੰਦੇ ਆ ਹਾਇਰ ਗ੍ਰੇਡ 'ਚ ਹੀ ਇੱਦਾਂ ਸ਼ੁਰੂ ਹੋਣ ਲੱਗ ਪੈਂਦੇ ਏਦਾਂ ਦੈਟ ਨਹੀਂ ਮੈਂ ਨਸ਼ੇ ਕਰਨ ਲੱਗ ਪੈਣਾ ਬਿਕਾਜ਼ ਮੈਨੂੰ ਲੱਗਦਾ ਉਹ ਕੂਲ ਆ। ਐਂਡ ਉਹ ਜਿੱਦਾਂ ਹਰਸਿਮਰਨਜੀਤ ਸੀ ਉਹਨਾਂ ਨੇ ਕਿਹਾ ਦੈਟ ਉਹ ਜਿਹੜੇ ਲੋਕੀ ਆ ਉਹ ਅਨਕੌਨਫੀਡੈਂਟ ਆ, ਉਹ ਫਿਰ ਉਹ ਦੂਸਰਿਆਂ ਨੂੰ ਫੋਲੋ ਕਰਦੇ ਆ, ਫਿਰ ਉਹ ਕੌਨਫੀਡੈਂਟ ਹੋ ਜਾਂਦੇ ਆ, ਫਿਰ ਉਹਨਾਂ ਦਾ ਪੰਗਾ ਪੈ ਜਾਂਦਾ, ਫਿਰ ਟਰਬਲ ਹੋ ਜਾਂਦੇ ਆ। ਅੱਛਾ, ਤੁਹਾਨੂੰ ਲੱਗਦਾ ਕਿ ਇੱਕ ਵਾਰੀ ਜਦੋਂ ਉਹ ਪੁੱਠੇ ਕੰਮ 'ਚ ਵੀ ਜਦੋਂ ਸ਼ੁਰੂ ਹੋ ਗਿਆ, ਫਿਰ ਉੱਥੇ ਉਹ ਉਹਨਾਂ ਨੂੰ ਉੱਥੇ ਜਾ ਕੇ ਕੌਨਫੀਡੈਂਸ ਮਿਲ ਜਾਂਦਾ ਕਿ ਹਾਂ ਹੁਣ ਆਈ ਐਮ ਉੱਥੇ ਕੂਲ। ਜਾ ਕੇ ਕੌਨਫੀਡੈਂਸ ਮਿਲ ਜਾਂਦਾ ਦੈਟ ਮੈਂ ਫਿਰ ਉਹ ਹੁਣ ਅੱਗੇ ਵਿੱਚ ਹੋਰ ਜੀ ਉਸ ਸਿਚੁਏਸ਼ਨ 'ਚ ਫਸਦੇ ਹੀ ਜਾਂਦੇ ਆ ਰਾਦਰ ਕੇ ਨਿਕਲਣ। ਹਾਂਜੀ, ਹਾਂਜੀ, ਉਹ ਫਿਰ ਉਹ ਜ਼ਿਆਦਾ ਹੀ ਫਸ ਜਾਂਦੇ ਆ ਬਿਕਾਜ਼ ਲਾਈਕ ਇਫ ਤੁਸੀਂ ਦੇਖਦੇ ਆ ਫੋਰ ਐਗਜ਼ਾਮਪਲ ਇਫ ਮੈਂ ਅੰਡਰ ਕੌਨਫੀਡੈਂਟ ਆ ਐਂਡ ਮੈਂ ਕਿਸੇ ਨੂੰ ਜੁਆਇਨ ਕਰ ਲਿਆ ਐਂਡ ਕੋਈ ਨਸ਼ੇ ਕਰਨ ਲੱਗ ਪਿਆ ਫੋਰ ਐਗਜ਼ਾਮਪਲ ਐਂਡ ਮੈਂ ਸਡਨਲੀ ਮੈਂ ਇੰਨਾ ਕੌਨਫੀਡੈਂਟ ਹੋ ਗਿਆ ਦੈਟ ਉਹ ਮੇਰੇ ਨਾਲ ਵੀ ਇੱਦਾਂ ਕਰਨ ਲੱਗ ਪਏ ਆ, ਉਹ ਮੈਨੂੰ ਆਹ ਦੇਖ ਕੇ ਮੈਂ ਕੂਲ ਲੱਗਦਾ, ਮੈਨੂੰ ਸਾਰੇ ਜਣੇ ਅਪਰੀਸ਼ੀਏਟ ਕਰੂਗੇ, ਉਹ ਫਿਰ ਤੁਹਾਨੂੰ ਪਤਾ ਲੱਗ ਜਾਂਦਾ ਐਂਡ ਫਿਰ ਤੁਸੀਂ ਫੜ ਹੋ ਜਾਂਦੇ ਆ। ਜਿੱਦਾਂ ਇੱਕ ਮੈਂ ਵੀਡੀਓ ਤੋਂ ਸੁਣਿਆ ਸੀ whatever happens in the dark always comes to light। ਰਾਈਟ। ਅੱਛਾ, ਜੇ ਹੁਣ ਆਪਾਂ ਦੇਖੀਏ ਇਹਦੇ ਵਿੱਚ ਰਿਸਪੋਂਸਿਬਿਲਿਟੀ ਜ਼ਿਆਦਾ ਟੀਚਰਸ ਦੀ ਹੈ, ਜ਼ਿਆਦਾ ਕਲਾਸਮੇਟਸ ਦੀ, ਜਿਹੜੇ ਤੁਹਾਡੇ ਫਰੈਂਡ ਸਰਕਲ ਦੀ ਹੈ, ਤੁਹਾਡੇ ਪੇਰੈਂਟਸ ਦੀ ਹੈ, ਜਾਂ ਸੁਸਾਇਟੀ ਦੀ ਰਿਸਪੋਂਸਿਬਿਲਿਟੀ ਹੈ? ਕੌਣ ਜ਼ਿਆਦਾ ਜ਼ਿੰਮੇਵਾਰ ਕੌਣ ਹੈ? ਜੇ ਕੋਈ ਇਸ ਤਰ੍ਹਾਂ ਠੀਕ ਕੰਮ ਕਰਦਾ ਉਹਦੀ ਜ਼ਿੰਮੇਵਾਰੀ ਵੀ ਅਲਟੀਮੇਟਲੀ ਕਿਸੇ ਨਾ ਕਿਸੇ ਦੀ ਹੈ, ਜੇ ਕੋਈ ਖਰਾਬ ਕੰਮ ਕਰਦਾ ਤਾਂ ਉਹਦੇ ਲਈ ਵੀ ਤਾਂ ਕੋਈ ਨਾ ਕੋਈ ਰੋਲ ਨਿਭਾ ਰਿਹਾ। ਤੁਹਾਨੂੰ ਕੀ ਲੱਗਦਾ ਕੌਣ ਹੁੰਦਾ ਜ਼ਿੰਮੇਵਾਰ? ਮੈਨੂੰ ਲੱਗਦਾ ਸੁਸਾਇਟੀ ਆ ਐਂਡ ਆਪਣੇ ਜਿਹੜਾ ਫਰੈਂਡ ਸਰਕਲ ਹੁੰਦਾ ਆ ਬਿਕਾਜ਼ ਹੁਣ ਟੀਚਰਾਂ ਨੂੰ ਏਦਾਂ ਨਹੀਂ ਪਤਾ ਦੈਟ ਉਹ ਏਦਾਂ ਨਸ਼ੇ ਕਰਦੇ ਆ ਜਾਂ alcohol ਪੀਂਦੇ ਆ। ਜਿਹੜੇ ਮੇਰੇ ਫਰੈਂਡਸ ਆ ਹਾਈ ਸਕੂਲ ਉਹਨਾਂ ਨੇ ਆਪ ਹੀ ਅਬਜ਼ਰਵ ਕੀਤਾ ਆ ਦੈਟ ਕਈਆਂ ਨੇ ਵਾਸ਼ਰੂਮ 'ਚ ਜਾ ਕੇ ਬਹਿ ਜਾਣਾ ਆ, ਉੱਥੇ ਉਹਨਾਂ ਨੇ ਸਮੋਕ ਕਰਨ ਲੱਗ ਪੈਣਾ ਆ ਡਿਊਰਿੰਗ ਉਹਨਾਂ ਦਾ ਸਮੈਸਟਰ ਟਾਈਮ ਸੈਕਸ਼ਨ ਟਾਈਮ ਉਹਨਾਂ ਦਾ ਜਿਹੜਾ ਸਮੈਸਟਰ ਹੁੰਦਾ ਆ। ਮੈਨੂੰ ਲੱਗਦਾ ਸੁਸਾਇਟੀ ਦੇ ਆ ਬਿਕਾਜ਼ ਲਾਈਕ ਕਈ ਲੋਕੀ ਡਰਿੰਕ ਵੀ ਕਰਦੇ ਆ, ਨਸ਼ੇ ਵੀ ਕਰਦੇ ਆ ਬਹੁਤ। ਨਾਲੇ ਆਪਣੇ ਫਰੈਂਡ ਸਰਕਲਾਂ ਨੂੰ ਉਹ ਜਿਹੜਾ ਤੁਹਾਡਾ ਫਰੈਂਡ ਗਰੁੱਪ ਆ ਉਹਦੇ ਨਾਲ ਵੀ ਅਫੈਕਟ ਪੈਂਦਾ ਆ, ਉਹਦੇ ਨਾਲ ਤੁਸੀਂ ਪੀਅਰ ਪ੍ਰੈਸ਼ਰ ਵੀ ਹੋ ਸਕਦੇ ਆ। ਉਹਦੇ ਨਾਲ if ਤੁਹਾਡੇ ਕੋਲ ਇੱਕ ਵਧੀਆ ਗਰੁੱਪ ਆ ਜਿਹਦਾ ਫੋਰ ਐਗਜ਼ਾਮਪਲ ਮੇਰੇ ਕੋਲ ਇੱਕ ਗਰੁੱਪ ਹੈਗਾ ਦੈਟ we like to play basketball, we like to talk about basketball, we like to talk about math, ਉਹਦੇ ਬਾਰੇ ਜਿੱਦਾਂ ਗਰੁੱਪ ਆ ਫਿਰ ਤੁਸੀਂ ਉਹਦੇ ਬਾਰੇ ਗੱਲ ਕਰੋਗੇ, ਉਹਦੇ ਨਾਲ ਤੁਸੀਂ ਉਹਦੇ ਬਾਰੇ ਕੌਨਫੀਡੈਂਟ ਹੋ ਜਾਣਾ। ਮੈਂ ਤਾਂ ਕਰਕੇ ਖੁਦ ਬਾਸਕਟਬਾਲ 'ਚ ਵਧੀਆ ਹੋ ਗਿਆ ਬਿਕਾਜ਼ ਮੈਂ ਫਰੈਂਡਸ ਤੋਂ ਵੀ ਲਰਨ ਕੀਤਾ, ਨਾਲੇ ਉਹਨਾਂ ਦੇ ਉਹਦੇ ਬਾਰੇ ਗੱਲ ਵੀ ਕੀਤਾ ਆ ਫਰੈਂਡਸ ਦੇ ਨਾਲ। ਜਿਹੜੀਆਂ ਇਸ ਤਰ੍ਹਾਂ ਆਪਾਂ ਹੋਰ ਐਕਟੀਵਿਟੀਜ਼ ਦੇ ਵਿੱਚ ਇੰਗੇਜ ਹੁੰਦੇ ਆ, ਤੁਹਾਨੂੰ ਲੱਗਦਾ ਵੀ ਇਹ ਸਾਨੂੰ ਬਿਜ਼ੀ ਰੱਖਦੀਆਂ ਜਦੋਂ ਅਸੀਂ ਥੋੜ੍ਹਾ ਬਹੁਤਾ ਕੋਈ ਨਾ ਕੋਈ, ਚਾਹੇ ਕੋਈ ਡਿਫਰੈਂਟ ਲੈਂਗੁਏਜ ਸਿੱਖਣ ਲਈ ਆਪਣੇ ਆਪ ਨੂੰ ਐਨਰੋਲ ਕਰ ਲਿਆ, ਤੁਸੀਂ ਆਪਣੇ ਪੰਜਾਬੀ ਦੀਆਂ ਕਲਾਸਾਂ ਲਗਾਉਣ ਲਈ, ਪੰਜਾਬੀ ਸਕੂਲ ਦੇ ਵਿੱਚ ਜਾਣ ਲਈ, ਗੁਰਦੁਆਰਾ ਜਾਣ ਲਈ,
ਜਾਂ ਕੋਈ ਆਪਣੇ ਕਲਚਰਲ ਐਕਟੀਵਿਟੀਜ਼ ਹੋ ਗਈਆਂ, ਗਿੱਧਾ, ਭੰਗੜਾ ਸਿੱਖਣ ਦੀ ਗੱਲ ਹੋ ਗਈ, ਇਹ ਹੈਲਪ ਕਰਦੀ ਹੈ ਬੱਚਿਆਂ ਨੂੰ ਬਿਜ਼ੀ ਕਰਨ 'ਚ, ਇੰਗੇਜ ਕਰਨ 'ਚ, ਵਧੀਆ ਬਣਾਉਣ ਦੇ ਵਿੱਚ? ਜਾਂ ਬੱਚੇ ਸੋਚਦੇ ਹੋਣਗੇ ਕਿ ਯਾਰ ਇਹ ਤਾਂ ਬਹੁਤ ਐਵੇਂ ਹੀ ਸਾਨੂੰ ਹੋਰ ਕੰਮ ਪਾ ਦਿੱਤੇ ਆ, ਪਹਿਲਾਂ ਅਸੀਂ ਪੜ੍ਹ ਕੇ ਆਏ ਹਾਂ, ਹੁਣ ਸਾਨੂੰ ਭੰਗੜਾ ਸਿੱਖਣ ਲਈ ਭੇਜ ਦਿੱਤਾ ਹੈ, ਹੁਣ ਸਾਨੂੰ ਸਵਿਮਿੰਗ ਲਈ ਭੇਜਤਾ ਹੈ, ਹੁਣ ਸਾਨੂੰ ਇੱਦਾਂ ਬੱਚੇ ਕਿੱਦਾਂ ਸੋਚਦੇ ਆ? ਮੈਨੂੰ ਨਹੀਂ ਲੱਗਦਾ ਏਦਾਂ ਬੱਚੇ ਸੋਚਦੇ ਆ, ਕਿ ਜਿੱਦਾਂ ਸੋਚਦੇ ਆ। ਮੈਨੂੰ ਲੱਗਦਾ ਉਹ ਇੰਗੇਜ ਵੀ ਬਹੁਤ ਹੁੰਦੇ ਆ। ਕਈ ਸਪੋਰਟਸ ਜਦੋਂ ਖੇਡਦੇ ਆ, ਭੰਗੜਾ ਕਰਦੇ ਆ, ਉਹ ਨਾਲ ਕੌਨਫੀਡੈਂਟ ਵੀ ਤੁਹਾਡਾ ਬਣ ਜਾਂਦਾ, ਵੱਧ ਜਾਂਦਾ। ਜਿੱਦਾਂ ਫੋਰ ਐਗਜ਼ਾਮਪਲ ਮੈਂ ਭੰਗੜੇ ਕਲਾਸ 'ਚ ਜਾਂਦਾ, ਮੈਂ ਭੰਗੜੇ ਟੀਮ 'ਚ ਆ, ਐਂਡ ਲਾਈਕ ਹਜ਼ਾਰਾਂ ਲੋਕਾਂ ਦੇ ਸਾਹਮਣੇ ਮੈਂ ਪਰਫੋਰਮ ਕੀਤਾ। ਉਹਦੇ ਨਾਲ ਤੁਹਾਡਾ ਕੌਨਫੀਡੈਂਟ ਵੱਧ ਜਾਂਦਾ, ਨਾਲੇ ਤੁਸੀਂ ਨਾਲੇ ਇੰਗੇਜ ਵੀ ਹੁੰਦੇ, ਨਾਲੇ ਲਰਨ ਵੀ ਕਰਦੇ ਆ ਆਪਣੀ ਟੀਚਰਾਂ ਤੋਂ, ਜਿਹੜੇ ਬਾਸਕਟਬਾਲ ਕੋਚਿਸ ਜਾਂ ਸੌਕਰ ਕੋਚਿਸ ਜਾਂ ਭੰਗੜੇ ਕੋਚਿਸ ਆ, ਉਹਨਾਂ ਤੋਂ ਓਬਜ਼ਰਵ ਵੀ ਕਰਦੇ ਆ। ਹੋਰ ਵੀ ਨਵੀਂ ਚੀਜ਼ ਤੁਸੀਂ ਨਾਲੇ ਲਰਨ ਕਰਦੇ ਹੋ। ਅੱਛਾ, ਪਰ ਇਦਾਂ ਵੀ ਹੁੰਦਾ ਕਦੀ ਕਿ ਕੋਈ ਬੰਦਾ ਓਵਰ ਕੌਨਫੀਡੈਂਟ ਵੀ ਹੋ ਜਾਵੇ, ਉਹਨੂੰ ਲੱਗੇ ਕਿ ਜਿੱਦਾਂ ਹੁਣ ਤੇਰੀ ਐਗਜ਼ਾਮਪਲ ਹੀ ਲੈ ਰਿਹਾ, ਤੂੰ ਕਹੇ ਕਿ ਯਾਰ ਮੈਂ ਤਾਂ ਹਜ਼ਾਰਾਂ ਬੰਦਿਆਂ ਮੂਹਰੇ ਪਰਫਾਰਮ ਕਰਦਾ, ਮੈਂ ਤਾਂ ਕਿਸੇ ਨੂੰ ਕੁਛ ਨਹੀਂ ਮੰਨਦਾ, ਵੀ ਮੇਰੇ ਆਈ ਐਮ ਸੋ ਹੈਪੀ, ਆਈ ਐਮ ਸੋ, ਤੂੰ ਬੰਦਾ ਸੋਚਣ ਲੱਗ ਜਾਵੇ ਕਿ ਯਾਰ ਮੈਂ ਤਾਂ ਕਿਸੇ ਦੀ ਪਰਵਾਹ ਨਹੀਂ ਕਰਨੀ। ਇੱਦਾਂ ਵੀ ਹੈਗੇ ਬੱਚੇ ਕਈ? ਮੇਰੇ ਭੰਗੜਾ ਟੀਚਰ ਨੇ ਖੁਦ ਵੀ ਕਿਹਾ ਦੈਟ ਓਵਰ ਕੌਨਫੀਡੈਂਟ ਨਾ ਹੋਵੋ, ਬਿਕੋਜ਼ ਜਦੋਂ ਤੁਸੀਂ ਕੋਈ ਪਰਫਾਰਮੈਂਸ ਸਟਾਰਟ ਕਰਨ ਲੱਗੇ ਆ, ਤੁਸੀਂ ਹਾਂ, ਕਹਿਣਾ ਓਹ ਓਕੇ ਹੁਣ ਮੈਂ ਇਹਨੂੰ ਚੱਕ ਦੇ ਫੱਟੀ ਕਰ ਦੇਣਾ ਸੀ ਸਾਰਾ, ਹਨਾ। ਮੈਂ ਪੂਰਾ ਆਪਣਾ ਐਨਰਜੀ ਲਾ ਦੇਣਾ ਆਪਣਾ, ਐਂਡ ਜਦੋਂ ਹਾਂ, ਤੁਸੀਂ ਕਰਦੇ ਆ ਭੰਗੜਾ ਸ਼ੁਰੂ, ਆਪਣਾ ਪੂਰਾ ਐਨਰਜੀ ਲਾ ਕੇ, ਜਦੋਂ ਤੁਹਾਡਾ ਸੈਕਿੰਡ ਗਾਣਾ, ਸੈਕਿੰਡ ਪਾਰਟ ਸ਼ੁਰੂ ਹੋ ਜਾਣਾ, ਤੁਸੀਂ ਐਨ ਲੋ ਹੋ ਗਏ, ਤੁਹਾਡਾ ਐਨਰਜੀ ਸਾਰਾ ਵੇਸਟ ਹੋ ਗਿਆ। ਉਹਨਾਂ ਵੀ ਓਵਰ ਕੌਨਫੀਡੈਂਸ ਇੰਨਾ ਹੋਣਾ ਨਹੀਂ ਚਾਹੀਦਾ ਇੰਨਾ। ਨਾਲੇ ਫੋਰ ਐਗਜ਼ਾਮਪਲ if ਤੁਸੀਂ ਓਵਰ ਕੌਨਫੀਡੈਂਟ ਹੋ ਗਏ ਐਂਡ ਤੁਹਾਡੇ ਤੋਂ ਕੁਛ ਗਲਤ ਹੋ ਗਿਆ, ਫਿਰ ਉਹਨਾਂ ਵੀ ਥੋੜਾ ਹੋ ਜਾਣਾ that ਉਹ ਹੁਣ ਆਹ ਕੀ ਹੋ ਗਿਆ ਹੁਣ। ਤੋ ਬੈਲੈਂਸ ਚਾਹੀਦਾ, ਤੁਸੀਂ ਕਹਿੰਦੇ ਹੋ ਵੀ ਹਰ ਚੀਜ਼ ਦੇ ਬੈਲੈਂਸ ਚਾਹੀਦਾ। ਉਹ ਮੇਰੇ ਵਿੱਚ। ਭੰਗੜੇ ਟੀਚਰ ਨੇ ਕਿਹਾ ਇੱਕ ਗ੍ਰਾਫ ਆ, ਜਿੱਦਾਂ ਗ੍ਰਾਫ ਉਹਦਾ ਲਾਈਨ ਸਿੱਧਾ ਹੁੰਦਾ ਆ, ਬਟ ਜਦੋਂ ਐਂਡਿੰਗ ਵਾਲੇ ਪਾਰਟ ਤੇ ਹੁੰਦੇ ਆ, ਉਦੋਂ ਤਾਂ ਨੂੰ ਚੱਕ ਦੇਣਾ ਆ ਆਪਣੇ ਐਂਡਿੰਗ ਪਾਰਟ ਤੇ, ਜਿਹਦਾ ਆਪਣਾ ਗ੍ਰਾਫ ਆ, ਗ੍ਰਾਫ ਲਾਈਨ। ਸੋ ਆਪਣੀ ਲਾਈਫ 'ਚ ਵੀ ਗ੍ਰਾਫ ਏਦਾਂ ਚਾਹੀਦਾ ਵੀ ਸਲੋ ਹਾਂਜੀ, ਐਂਡ ਹਾਂਜੀ, ਸਟੈਡੀ, ਤੇ ਫਿਰ ਜਦੋਂ ਕਿਤੇ ਚਾਂਸ ਹਾਂਜੀ। ਲੱਗਦਾ ਫਿਰ ਇੱਕਦਮ ਸ਼ੂਟ ਕਰ ਦਿਓ, ਫਿਰ ਪਤਾ ਨਾ ਲੱਗੇ ਵੀ ਸਰਪ੍ਰਾਈਜ਼ ਯਾ ਹੋ ਗਿਆ, ਇਹ ਬੰਦਾ ਕਿੱਦਾਂ ਇੱਕਦਮ ਹਾਂਜੀ, ਸ਼ਾਈ ਕਰ ਗਿਆ, ਹਨਾ? ਹਾਂਜੀ, ਹਾਂਜੀ ਏਦਾਂ ਹੀ। ਲਾਈਫ 'ਚ ਵੀ ਇਹ ਚੀਜ਼ਾਂ ਜਿਹੜੀਆਂ ਭੰਗੜੇ 'ਚ ਸਿੱਖਦੇ ਆ ਜਾਂ ਹੋਰ ਐਕਟੀਵਿਟੀਜ਼ 'ਚ ਸਿੱਖਦੇ ਆ, ਸਾਡੀ ਲਾਈਫ 'ਚ ਵੀ ਕੰਮ ਆ ਸਕਦੀਆਂ। Yeah. ਹਾਂਜੀ, ਹਾਂਜੀ। ਹਰਸਿਮਰਨ, ਤੁਸੀਂ ਕੁਝ ਕਹਿਣਾ ਹੋਵੇ? ਤੁਸੀਂ ਬੜਾ ਮੁਸਕਰਾ ਰਹੇ ਸੀ। ਜੀ ਬਿਲਕੁਲ, ਸਭ ਤੋਂ ਵੱਡਾ ਐਗਜ਼ਾਮਪਲ ਤਾਂ ਮੇਰੇ ਸਾਹਮਣੇ ਇਹੀ ਹੈ ਕਿ ਜੋ ਸਹਿਜ ਨੇ ਆਰਾਮ ਨਾਲ ਸਲੋਲੀ ਜਾਂਦੇ ਬਿਲਕੁਲ ਇੱਕਦਮ ਗ੍ਰਾਫ ਉੱਪਰ ਚੁੱਕਤਾ। ਹਾਂਜੀ। ਜਦੋਂ ਤੁਸੀਂ ਗੱਲ ਕਰ ਰਹੇ ਸੀਗੇ ਨਾ, ਸੋ ਮੈਨੂੰ ਬੜਾ ਚੰਗਾ ਲੱਗ ਰਿਹਾ ਸੀਗਾ ਕਿ ਜਿੱਦਾਂ ਸਹਿਜ ਨੇ ਇਸ ਚੀਜ਼ ਦਾ ਸੁਜੈਸ਼ਨ ਵੀ ਦਿੱਤਾ ਨਾ, ਜਿੱਦਾਂ ਤੁਸੀਂ ਆਪਸ 'ਚ ਆਪਣੇ এনवायरमेंट 'ਚ ਗੱਲ ਕਰਦੇ ਹੋ ਕਿਸੇ ਹੂੰ, ਇੱਕ ਬਾਰੇ ਜਾਂ ਕਿਸੇ ਹੋਰ ਇੰਟਰਸਟ ਬਾਰੇ, ਤਾਂ ਤੁਹਾਡਾ ਇੰਟਰਸਟ ਬਣਦਾ ਹੈ। ਸੋ ਇਹੀ ਸੁਜੈਸ਼ਨ ਤੁਹਾਡੀ ਗੱਲਬਾਤ ਦੇ ਰਾਹੀਂ ਮੇਰੇ ਦਿਮਾਗ 'ਚ ਆਇਆ ਕਿ ਜੇ ਕੋਈ ਗਲਤ ਕੰਮ ਵੀ ਜਦੋਂ ਕਰ ਰਿਹਾ ਹੋਵੇ ਨਾ, ਕੋਸ਼ਿਸ਼ ਕਰੋ ਕਿ ਹੋ ਸਕਦਾ ਹੈ ਉਹ ਆਪਣੇ ਇਕੱਲੇਪਨ ਕਰਕੇ ਉਹ ਗੱਲਾਂ 'ਚ ਰੁੱਝੇ ਹੋਣ। ਸੋ ਜੇ ਤੁਹਾਡੇ এনवायरमेंट ਦੇ ਵਿੱਚ ਕੋਈ ਏਦਾਂ ਕਰ ਰਿਹਾ, ਉਹਨੂੰ ਵੀ ਪਾਰਟ ਬਣਾਓ। ਕੀ ਪਤਾ ਰੱਬ ਕਰੇ ਕਿ ਉਹਦੇ ਦਿਮਾਗ 'ਚੋਂ ਤੁਹਾਡੀਆਂ ਗੱਲਾਂ ਉਹਨੂੰ ਚੰਗੀਆਂ ਲੱਗਣ ਲੱਗ ਜਾਣ ਤੇ ਉਹਨੂੰ ਆਪਣੇ ਇਕੱਲੇ ਰਹਿਣ ਦੀ ਬਜਾਏ ਤੁਹਾਡੀਆਂ ਗੱਲਾਂ 'ਚ ਇੰਟਰਸਟ ਹੋ ਜੇ। ਸੋ ਮੈਨੂੰ ਏਦਾਂ ਰਾਈਟ। ਲੱਗਦਾ ਕਿ ਉਦਾਹਰਨ ਦਾ ਜ਼ਿੰਮਾ ਤਾਂ ਕੋਈ ਨਹੀਂ ਲੈ ਸਕਦਾ, ਪਰ ਅੱਛਾ ਇਹ ਸਰ, ਕੰਪਨੀ ਦੀ ਹਰਸਿਮਰਨ ਹੋਰਾਂ ਨੇ ਜਿਹੜੀ ਗੱਲ ਕੀਤੀ ਹੈ, ਸਾਡੀ ਜਿਹੜੀ ਕੰਪਨੀ ਹੈ, ਉਹ ਜੇ ਮੈਂ ਅਕਸਰ ਰੇਡੀਓ ਤੇ ਵੀ ਗੱਲ ਕਹਿੰਦਾ ਹੁੰਦਾ ਕਿ ਜੇ ਆਪਾਂ ਕਈ ਵਾਰੀ ਕਹਿ ਦਈਦਾ ਕਿ ਯਾਰ ਜੀ ਮੁੰਡਾ ਸਾਡਾ ਤਾਂ ਬਹੁਤ ਚੰਗਾ ਸੀ, ਪਰ ਉਹਦੀ ਸੰਗਤ ਖਰਾਬ ਸੀ, ਉਹਨਾਂ ਨੇ ਖਰਾਬ ਕਰਤਾ। ਸੋ ਇਦਾਂ ਕਿਉਂ ਨਹੀਂ ਹੋਇਆ ਕਿ ਸਾਡਾ ਮੁੰਡਾ ਤਾਂ ਬਹੁਤ ਚੰਗਾ ਸੀ, ਉਹਨੇ ਖਰਾਬ ਜਿਹੜੀ ਸੰਗਤ ਸੀ ਉਹਨੂੰ ਵੀ ਠੀਕ ਕਰਤਾ? ਜਿਹੜੇ ਤੁਹਾਡੇ ਬੈਡ ਫਰੈਂਡ ਸੀਗੇ, ਜਿਹੜੇ ਬੈਡ ਹੈਬਿਟਸ ਸੀਗੀਆਂ, ਉਹਨਾਂ ਨੂੰ ਚੰਗੀ ਹੈਬਿਟ ਵਾਲਾ, ਚੰਗੇ ਸੰਸਕਾਰਾਂ ਵਾਲਾ ਬੰਦਾ ਠੀਕ ਕਿਉਂ ਨਹੀਂ ਕਰਦਾ? ਜ਼ਿਆਦਾਤਰ ਇਦਾਂ ਕਿਉਂ ਹੁੰਦਾ ਕਿ ਠੀਕ ਵਾਲੇ ਖਰਾਬ ਹੋ ਜਾਂਦੇ ਆ? ਮੈਨੂੰ ਲੱਗਦਾ ਬਿਕਾਜ਼ ਉਹ ਮੈਜੋਰਿਟੀ ਕਰਕੇ। ਨਾਲੇ ਤੁਸੀਂ ਓਨਲੀ ਇਕੱਲੇ ਆ, ਤੁਸੀਂ ਇਕੱਲੇ ਜਿੱਦਾਂ ਫੋਰ ਐਗਜ਼ਾਮਪਲ ਮੈਂ ਆਪਣੇ ਫਰੈਂਡ ਗਰੁੱਪ ਆ, ਮੈਂ ਉਹ ਕੁਛ ਕਰਦੇ ਬੈਡ ਐਂਡ ਮੈਂ ਹੂੰ, ਉੱਥੇ ਇਕੱਲਾ ਗੁੱਡ ਵਾਲਾ ਕਹਿੰਦਾ ਨਹੀਂ ਤੁਸੀਂ ਆਹ ਨਹੀਂ ਕਰਨਾ। ਹੁਣ ਉਹ ਪਹਿਲਾਂ ਤਾਂ ਉਹ 4 ਜਾਣੇ ਆ, ਮੈਂ 1 ਜਾਣਾ ਆ, ਉਹ ਮੈਜੋਰਿਟੀ ਕਰਕੇ ਵੀ ਹੁੰਦਾ ਆ। ਫਿਰ ਉਹ ਨਾਲੇ ਉਹਨਾਂ ਦੇ 4 ਮਾਈਂਡ ਆ, ਮੇਰੇ ਕੋਲ 1 ਮਾਈਂਡ ਆ, ਹਨਾ? ਅੱਛਾ, ਪਰ ਸੋ ਇਦਾਂ ਫਿਰ ਉਹਦੇ ਫਿਰ ਜਿਹੜੀ ਵਿਲ ਪਾਵਰ ਹੈ ਫਿਰ, ਜਾਂ ਆਪਾਂ ਜਿਹੜੀ ਸਟਰੈਂਥ ਹੈ, ਜਾਂ ਜਿੱਦਾਂ ਤੂੰ ਕਹਿੰਦਾ ਕਿ ਹਾਂਜੀ ਸਾਡੇ ਕੋਲ એનર્ਜੀ ਇੰਨੀ ਚਾਹੀਦੀ ਹੈ ਕਿ ਹਾਂ ਜਿਹੜਾ ਬੰਦਾ ਚੰਗਾ ਆ, ਜਾਂ ਜਿਹਦੇ 'ਚ ਸਪਿਰਿਟ ਹੈਗੀ ਆ, ਜਿਹਦੇ 'ਚ ਐਕਸਾਈਟਮੈਂਟ ਹੈਗੀ, ਜਿਹਦੇ 'ਚ ਆਪਣੇ ਕੰਮ ਲਈ, ਆਪਣੀ ਸਟੱਡੀ ਦੇ ਲਈ, ਆਪਣੇ ਫੈਮਿਲੀ ਦੇ ਲਈ ਫਿਕਰ ਹੈ, ਤਾਂ ਫਿਰ ਉਹ ਬੰਦਾ ਕੋਸ਼ਿਸ਼ ਕਰੇਗਾ ਕਿ ਮੈਂ ਇਹਨਾਂ ਨੂੰ ਠੀਕ ਕਰਨ ਲਈ એનર્ਜੀ ਬਣਾਵਾਂ, 1 ਤੋਂ 2 ਲੈ ਕੇ ਆਵਾਂ, 2 ਤੋਂ ਫਿਰ ਹਾਂਜੀ, 3 ਬਣਾਵਾਂ, ਫਿਰ ਸਾਡੀ ਟੀਮ ਵੱਡੀ ਕਰੀਏ। ਇਦਾਂ ਵੀ ਤਾਂ ਹਾਂਜੀ। ਕੀਤਾ ਜਾ ਸਕਦਾ ਨਾ? ਹਾਂ, ਏਦਾਂ ਵੀ ਕਰ ਸਕਦੇ ਹਾਂ। ਉਹਦੇ ਨਾਲ ਤੁਹਾਨੂੰ ਕੌਨਫੀਡੈਂਸ ਵੀ ਚਾਹੀਦਾ, ਬਟ ਜ਼ਿਆਦਾ ਵੀ ਨਹੀਂ, ਤੁਹਾਨੂੰ ਐਟਲੀਸਟ ਕੌਨਫੀਡੈਂਸ ਤਾਂ ਚਾਹੀਦਾ ਆ। ਬਟ ਇਫ ਤੁਹਾਡੇ ਕੋਲ ਕੌਨਫੀਡੈਂਸ ਨਹੀਂ ਹੈਗਾ, ਫਿਰ ਉਹ ਤੁਹਾਡਾ ਗ੍ਰਾਫ ਲੋ ਥੱਲੇ ਥੱਲੇ ਨੂੰ ਚਲ ਜਾਣਾ ਤੁਹਾਡਾ।
ਰਾਈਟ। ਅੱਛਾ, ਪਰ ਅਸੀਂ ਏਦਾਂ ਹੈ ਨਹੀਂ ਕਿ ਬਹੁਤ ਲਿਮਿਟਡ ਬੱਚੇ ਹੋਣਗੇ ਜਿਹੜੇ ਏਦਾਂ ਜਿਨ੍ਹਾਂ ਦਾ ਫਿਕਰ ਕਰਨ ਦੀ ਲੋੜ ਹੈ, ਨਹੀਂ ਤਾਂ ਅਦਰਵਾਈਜ਼ ਤਾਂ ਮੈਨੂੰ ਹਾਂਜੀ, ਲੱਗਦਾ ਮੈਜੋਰਿਟੀ ਬੱਚੇ ਗੁੱਡ ਹੁੰਦੇ ਆ ਹਾਂਜੀ, ਸਕੂਲਸ ਦੇ, ਹਾਂਜੀ, ਯਾ ਕਾਲਜਸ ਦੇ ਵਿੱਚ, ਯੂਨੀਵਰਸਿਟੀਜ਼ ਹੂੰ, ਦੇ ਵਿੱਚ। ਹੂੰ। ਜ਼ਿਆਦਾ ਬੱਚੇ ਤਾਂ ਗੁੱਡ ਵਾਲੇ ਹੁੰਦੇ ਆ, ਫਿਰ ਆਪਾਂ ਏਦਾਂ ਕਿਉਂ ਮੰਨ ਕੇ ਚੱਲਦੇ ਆ ਕਿ ਉਹਨਾਂ ਦੀ ਟੀਮ ਵੱਡੀ ਆ ਜਿਹੜੇ ਸਾਨੂੰ ਖਰਾਬ ਕਰਦੇ ਆ? ਜ਼ਿਆਦਾ ਤਾਂ ਚੰਗੇ ਵਾਲੇ ਬੱਚਿਆਂ ਦਾ ਟੀਮ ਹੁੰਦੀ ਹੈ। ਕਈ ਉਹ ਤਾਂ ਸਰ ਟਰਾਈ ਨਹੀਂ ਕਰਦੇ, ਉਹ ਕੋਸ਼ਿਸ਼ ਨਹੀਂ ਕਰਦੇ ਸ਼ਾਇਦ। ਹਾਂਜੀ, ਕਈ ਲੋਕੀ ਮੈਨੂੰ ਲੱਗਦਾ ਟਰਾਈ ਨਹੀਂ ਕਰਦੇ, ਕੋਸ਼ਿਸ਼ ਨਹੀਂ ਕਰਦੇ, ਐਟਲੀਸਟ ਉਹਨਾਂ ਨਾਲ ਟਾਕ ਕਰਕੇ, ਉਹਨਾਂ ਨਾਲ ਬੈਠ ਕੇ ਟਾਕ ਕਰਨ ਨੂੰ ਦੈਟ ਨਹੀਂ ਆਹ ਤੁਹਾਡਾ ਗਲਤ ਆ, ਇਹ ਆਹ ਸਹੀ ਆ, ਜੋ ਵੀ ਤੁਸੀਂ ਕਰਦੇ ਹੋ ਉਹ ਨਹੀਂ ਏਦਾਂ ਠੀਕ ਨਹੀਂ ਆ। ਆਈ ਥਿੰਕ ਲੋਕੀ ਇਹਦਾ ਟਰਾਈ ਨਹੀਂ ਕਰਦੇ। ਉਹ ਜਿੱਦਾਂ ਵੀ ਕਿਹਾ ਸੀ, ਜਿੱਦਾਂ ਉਹਨਾਂ ਕੋਲ 4 ਮਾਈਂਡਸ ਆ, ਓਨਲੀ ਮੇਰੇ ਕੋਲ 1 ਆ, ਉਹਦੇ ਤੋ ਏਦਾਂ ਕਰਕੇ ਫਿਰ ਜਿਹੜੇ ਤੁਹਾਡੇ ਵਰਗੇ ਗੁੱਡ ਬੰਦੇ ਆ, ਤੁਸੀਂ 5 ਬੰਦੇ ਲੈ ਕੇ ਖੜੇ ਹੋ ਜਾਓ ਵੀ ਆਜੋ ਤੁਸੀਂ 4 ਹਾਂਜੀ, ਰਹਿ 5 ਹੋ ਗਏ। ਹਾਂਜੀ। ਉਹ ਫਿਰ ਤੁਹਾਡਾ ਕੌਨਫੀਡੈਂਸ ਵੱਧ ਜਾਣਾ, ਨਾਲੇ ਮੈਜੋਰਟੀ ਵਿਨ ਹੋ ਗਿਆ ਫਿਰ। ਹੁਣ ਇੱਧਰ 5 ਮਾਈਂਡਸ ਆ, ਉਹਨਾਂ ਕੋਲ 4 ਆ। ਸੁਜੈਸਟ ਹੋ ਸਕਦੀ ਹੈ ਨਾ, ਜਿਹੜੇ ਬੰਦੇ ਹਾਂਜੀ, ਏਦਾਂ ਸੋਚਦੇ ਕਿ ਮੈਂ ਇਕੱਲਾ ਆ, ਉਹਨੂੰ ਕਹੋ ਵੀ ਠੀਕ ਹੈ, ਜਿਹੜੇ ਵਧੀਆ ਵਾਲੇ ਉਹਨਾਂ ਨੂੰ ਆਪਣੇ ਨਾਲ ਖੜੇ ਕਰੋ ਤੇ ਉਹਨਾਂ ਨੂੰ ਕਹੋ ਯਾਰ ਵੀ ਬੰਦੇ ਬਣ ਜਾਓ। ਹਾਂਜੀ। ਰਾਈਟ। ਅੱਛਾ, ਕੁਛ ਹੋਰ ਕਹਿਣਾ ਹੋਵੇ ਇਸ ਤੋਂ ਪਹਿਲਾਂ ਕਿ ਆਪਾਂ ਸਮਾਪਤ ਕਰੀਏ? ਲਗਭਗ ਹੁਣ 40 ਕੁ ਮਿੰਟ ਹੋ ਗਏ ਆਪਣੀ ਗੱਲਬਾਤ ਚੱਲਦੇ ਨੂੰ, ਬਸ ਆਲਮੋਸਟ ਆਪਾਂ ਵਿਦਿਨ ਨੈਕਸਟ 1 or 2 ਮਿੰਟਸ ਆਪਾਂ ਵਾਈਂਡ ਅਪ ਕਰਾਂਗੇ। ਜੀ ਹਰਸਿਮਰਤ, ਤੁਸੀਂ ਪਹਿਲਾਂ ਆਪਣੇ ਕਲੋਜ਼ਿੰਗ ਰਿਮਾਰਕਸ ਦੇ ਦਿਓ ਤੇ ਫਿਰ ਆਪਾਂ ਸਹਿਜ ਦੇ ਕੋਲੋਂ ਹੀ ਸਮਾਪਤੀ ਕਰਾਉਣੇ ਅੱਜ ਦੇ ਪ੍ਰੋਗਰਾਮ ਦੀ। ਜੀ ਬਿਲਕੁਲ, ਬਹੁਤ ਚੰਗਾ ਲੱਗਿਆ ਮੈਨੂੰ। ਮੈਂ ਤਾਂ ਹਰਜਿੰਦਰ ਗਿੱਲ ਸ਼ੋਅ ਦੀ ਤੁਹਾਡੇ ਨਾਲ ਤੁਹਾਡੀ ਟੀਮ ਮੈਂਬਰ ਹੋ ਕੇ ਮੈਨੂੰ ਹਮੇਸ਼ਾ ਹੀ ਮਾਣ ਮਹਿਸੂਸ ਹੁੰਦਾ ਹੈ। ਪਰ ਇਹ ਪਿਛਲੇ ਹਫਤੇ ਤੋਂ ਕੁਝ ਜ਼ਿਆਦਾ ਓਵਰ ਕੌਨਫੀਡੈਂਸ ਤਾਂ ਨਹੀਂ ਕਹਿ ਸਕਦੀ, ਪਰ ਥੋੜਾ ਜਿਹਾ ਕੌਨਫੀਡੈਂਟ ਮੈਂ ਆਪਣੇ ਨਾਲ ਇੱਕ ਲੈਵਲ ਅਪ ਜ਼ਰੂਰ ਫੀਲ ਕੀਤਾ। ਉਮੀਦ ਮੈਂ ਇਹੀ ਕਰਾਂਗੀ ਕਿ ਸਾਰਿਆਂ ਨੂੰ ਵੀ ਸਾਡੀਆਂ ਗੱਲਾਂ ਬਾਤਾਂ ਚੰਗੀਆਂ ਲੱਗਦੀਆਂ ਹੋਣ। ਸਾਡੇ ਰੇਡੀਓ ਕੰਟੈਸਟ ਨੂੰ ਜੇ ਲਾਈਵ ਦੇਖਣਾ ਚਾਹੁੰਦੇ ਹੋਣਗੇ ਸੋ ਸਾਡੇ ਪੇਜਸ ਦੇ ਉੱਤੇ ਉਹ ਲਾਈਵ ਅਵੇਲੇਬਲ ਹੈ, ਉਹਨੂੰ ਜ਼ਰੂਰ ਦੇਖ ਸਕਦੇ ਆ। ਦਾ ਹਰਜਿੰਦਰ ਗਿੱਲ ਸ਼ੋਅ ਰਮਸ ਪੰਜਾਬੀ ਦੇ ਫੇਸਬੁੱਕ ਪੇਜ ਦੇ ਉੱਤੇ ਤੇ ਜੀ ਮੀਡੀਆ ਗਰੁੱਪ ਦੇ ਫੇਸਬੁੱਕ ਪੇਜ ਦੇ ਉੱਤੇ, ਕਿ ਜੇ ਸਾਡੀ ਕਿਸੇ ਵੀ ਗੱਲਬਾਤ ਨੂੰ ਉਹ ਜਿਹੜਾ ਕੱਲ ਸਾਡਾ ਕੰਟੈਸਟ ਹੋਇਆ ਉਹਨੂੰ ਸੁਣਨਾ ਚਾਹੁੰਦੇ ਉਹ ਵੀ ਸੁਣਨ। ਤੇ ਅੱਜ ਦੇ ਪ੍ਰੋਗਰਾਮ ਦੇ ਲਈ ਵੀ ਮੈਂ ਉਮੀਦ ਕਰਦੀ ਹਾਂ ਕਿ ਸਾਡੀਆਂ ਗੱਲਾਂ ਚੰਗੀਆਂ ਲੱਗੀਆਂ ਹੋਣ। ਸੋ ਲਾਸਟ ਇੱਕ ਐਂਡ ਵਾਲਾ ਸੁਜੈਸ਼ਨ ਕਿ ਕਦੀ ਵੀ ਕੋਈ ਗਲਤ ਹੁੰਦਾ ਹੋਇਆ ਦਿਖਦਾ ਹੋਵੇ ਸੋ ਉਹਨੂੰ ਸਾਈਡ ਲਾਈਨ ਕਦੀ ਵੀ ਨਾ ਕਰੀਏ, ਉਹਨੂੰ ਅਣਦੇਖਾ ਨਾ ਕਰੀਏ। ਥੋੜਾ ਜਿਹਾ ਕੌਨਫੀਡੈਂਸ ਰੱਖ ਕੇ ਉਹਦੇ ਬਾਰੇ ਜਾਣਨ ਦੀ ਗੱਲ ਕੋਸ਼ਿਸ਼ ਕਰੀਏ, ਕਿਉਂਕਿ ਕਿਸੇ ਤੇ ਵੀ ਠੱਪਾ ਨਹੀਂ ਲਗਾਉਣਾ ਚਾਹੀਦਾ ਕਿ ਇਹ ਸਹੀ ਹੈ ਜਾਂ ਗਲਤ ਹੈ। ਜੇ ਗਲਤ ਹੈ ਤਾਂ ਉਹਨੂੰ ਵੀ ਜਾਣਨ ਦੀ ਕੋਸ਼ਿਸ਼ ਕਰੋ, ਜੇ ਸਹੀ ਹੈ ਤਾਂ ਉਹਨੂੰ ਵੀ ਕਰੋ, ਸਾਈਡ ਲਾਈਨ ਕਿਸੇ ਨੂੰ ਨਾ ਕਰੋ। ਸੋ ਇਹੀ ਮੇਰਾ ਸੁਜੈਸ਼ਨ ਹੈ। ਹੋਰ ਇਹੀ ਸਾਡੇ ਜਿਹੜੇ ਸ਼ਹੀਦ ਨੇ ਸਾਨੂੰ ਸਿਖਾ ਕੇ ਗਏ ਨੇ ਕਿ ਹਮੇਸ਼ਾ ਗੱਲ ਨੂੰ ਜਜ਼ਬੇ ਨਾਲ ਕਰੋ, ਹੌਸਲੇ ਨਾਲ ਕਰੋ। ਹੋਰ ਉਹ ਜਜ਼ਬਾ ਤੇ ਹੌਸਲਾ ਹਜੇ ਵੀ ਹੈ। ਸੋ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਥੈਂਕ ਯੂ ਸੋ ਮਚ ਕਿ ਅੱਜ ਦੀ ਗੱਲਬਾਤ ਦੇ ਲਈ ਤੁਸੀਂ ਮੈਨੂੰ ਜੋੜਿਆ ਤੇ ਮੈਂ ਆਪਣੇ ਵਿਊ ਸਾਰਿਆਂ ਸਾਹਮਣੇ ਰੱਖ ਸਕੀ। ਥੈਂਕ ਯੂ ਜੀ। ਬਹੁਤ ਸ਼ੁਕਰੀਆ ਹਰਸਿਮਰਤ, ਥੈਂਕ ਯੂ ਸੋ ਮਚ। ਸਹਿਜ, ਤੁਸੀਂ ਆਪਣੇ 30 ਸੈਕਿੰਡ ਦੇ ਵਿੱਚ ਕਲੋਜ਼ਿੰਗ ਰਿਮਾਰਕਸ ਦੇ ਦਿਓ। ਸਾਰਿਆਂ ਨੂੰ ਧੰਨਵਾਦ ਬਹੁਤ-ਬਹੁਤ। ਮੈਂ ਇੱਥੇ ਅੱਜ ਆਇਆ ਸੀ ਪੰਜਾਬ ਟੀਵੀ ਤੇ, ਬਹੁਤ ਚੰਗਾ ਐਪੀਸੋਡ ਸੀ ਲੱਗਿਆ। ਸਹਿਜ, ਹਾਂਜੀ ਪਹਿਲਾ ਐਪੀਸੋਡ ਹੈ ਅੱਜ। ਜੀ ਹਾਂਜੀ, ਪਹਿਲਾ ਐਪੀਸੋਡ ਸ਼ੋ ਗ੍ਰਾਫ ਸੀ। ਏਦਾਂ ਲੋ ਤੇ ਰਿਹਾ ਕਿ ਤੇਰਾ ਗ੍ਰਾਫ ਅਪ ਹੋ ਗਿਆ? ਨਹੀਂ, ਪਹਿਲਾਂ ਲਾਈਕ ਠੀਕ ਸੀ, ਹੁਣ ਅਪ ਹੋ ਗਿਆ ਗ੍ਰਾਫ ਆਪਣਾ। ਹਾਂਜੀ, That's good. So ਹਾਂਜੀ, all the very best, thank you। ਕੁਛ ਹੋਰ ਥੈਂਕ ਅਖੀਰ ਯੂ। ਤੇ? ਹਾਂਜੀ, ਹੋਰ ਕੁਛ ਨਹੀਂ, ਅਸੀਂ ਨੈਕਸਟ ਟਿਊਜ਼ਡੇ ਮਿਲਾਂਗੇ। ਬਸ ਜਾਂ ਨੈਕਸਟ ਥੈਂਕ ਯੂ। ਟਿਊਜ਼ਡੇ ਸਾਡਾ ਨੈਕਸਟ ਈਅਰ ਨਵੇਂ ਸਾਲ ਦੇ ਵਿੱਚ ਨੈਕਸਟ ਹੋਣਾ। ਈਅਰ, ਹਾਂਜੀ, ਹਾਂਜੀ। ਸਾਰਿਆਂ ਨੂੰ ਅਸੀਂ ਬਹੁਤ-ਬਹੁਤ ਮੁਬਾਰਕਬਾਦ, ਸ਼ੁਭਕਾਮਨਾਵਾਂ, ਬੈਸਟ ਵਿਸ਼ੇਸ ਇਸ ਹੌਲੀਡੇ ਸੀਜ਼ਨ ਦੀਆਂ। ਕ੍ਰਿਸਮਸ ਲੰਘ ਕੇ ਗਈ ਹੈ। ਸਾਹਿਬਜ਼ਾਦਿਆਂ ਨੂੰ ਇੱਕ ਵਾਰ ਫਿਰ ਅਸੀਂ ਯਾਦ ਕਰਦੇ ਹਾਂ, ਉਹਨਾਂ ਦੀ ਸ਼ਹਾਦਤ ਨੂੰ ਨਾ ਸਿਰਫ ਸੋਗ ਮਨਾਉਣ ਤੱਕ ਸੀਮਤ ਨਾ ਰੱਖਦੇ ਹੋਏ ਅਸੀਂ ਅਪੀਲ ਕਰੀਏ ਕਿ ਸਾਹਿਬਜ਼ਾਦਿਆਂ ਵਰਗੇ ਬਣਾਉਣ ਦੇ ਲਈ ਅਸੀਂ ਆਪਣੇ ਬੱਚਿਆਂ ਨੂੰ ਕੀ ਕਰਨਾ ਹੈ, ਉਹਨਾਂ ਦੇ ਉਸ ਜਜ਼ਬੇ, ਉਸ ਸਪਿਰਿਟ ਦੇ ਨਾਲ ਜੋੜਨ ਦੇ ਲਈ ਕੀ ਕਰਨਾ, ਉਹਦੇ ਲਈ ਵੀ ਐਫਰਟ ਜ਼ਰੂਰ ਕਰੀਏ। ਤੇ ਬਾਕੀ ਸਾਨੂੰ ਸੁਝਾਅ ਤੁਹਾਡੇ ਹਮੇਸ਼ਾ ਚਾਹੀਦੇ ਹੋਣਗੇ। ਸਾਡਾ ਇਹ ਅੱਜ ਦਾ ਇਸ ਸਾਲ ਦਾ 2021 ਦਾ ਇਹ ਲਾਸਟ ਸ਼ੋਅ ਹੋਣਾ ਤੇ ਅਗਲੇ ਸਾਲ ਦੇ ਵਿੱਚ ਜਿੱਥੇ ਅਸੀਂ 2022 ਦੇ ਵਿੱਚ ਖੁਸ਼ਾਮਦੀਦ ਕਰਨ ਦੇ ਲਈ ਐਡਵਾਂਸ ਦੇ ਵਿੱਚ ਬਹੁਤ-ਬਹੁਤ ਪਿਆਰ, ਬਹੁਤ ਸਾਰੀਆਂ ਸ਼ੁਭਕਾਮਨਾਵਾਂ, ਢੇਰ ਸਾਰੀਆਂ ਦੁਆਵਾਂ ਦੇ ਨਾਲ ਤੁਹਾਡੇ ਤੋਂ ਅੱਜ ਦੇ ਪ੍ਰੋਗਰਾਮ 'ਚ ਹੁਣ ਅਸੀਂ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਸਾਡੇ ਜਿਹੜਾ ਰੇਡੀਓ ਸ਼ੋਅ ਅਜੇ ਚੱਲਦੇ ਰਹਿਣੇ ਆ ਸਾਡੇ, 31 ਤਰੀਕ ਤੱਕ ਅਸੀਂ ਤੁਹਾਨੂੰ ਆਪਣੇ ਰੇਡੀਓ ਪ੍ਰੋਗਰਾਮ ਹਰਜਿੰਦਰ ਗਿੱਲ ਸ਼ੋਅ 1350 AM ਤੇ ਦੁਪਹਿਰੇ 2 ਤੋਂ 5 ਵਜੇ ਤੱਕ ਦੁਬਾਰਾ ਫਿਰ ਹਾਜ਼ਰ ਹੋਵਾਂਗੇ। ਸਾਡੀ ਜੀ ਪੰਜਾਬ ਦੀ ਟੀਮ ਵੱਲੋਂ, ਜੀ ਮੀਡੀਆ ਗਰੁੱਪ, ਟੀਮ ਫॉर ਐਂਟਰਟੇਨਮੈਂਟ, ਹਰਜਿੰਦਰ ਗਿੱਲ ਸ਼ੋਅ ਦੀ ਪੂਰੀ ਟੀਮ, ਸਾਡਾ ਪਰਿਵਾਰ, ਆਪ ਸਭ ਦੇ ਲਈ ਬਹੁਤ-ਬਹੁਤ ਦੁਆਵਾਂ ਤੇ ਸ਼ੁਭਕਾਮਨਾਵਾਂ ਦੇ ਨਾਲ ਤੁਹਾਡੇ ਤੋਂ ਇਜਾਜ਼ਤ ਚਾਹਾਂਗੇ। ਅਗਲੇ ਪ੍ਰੋਗਰਾਮ ਤੱਕ ਲਈ ਦੇ ਦਿਓ ਇਜਾਜ਼ਤ। ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ। ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ। For all the latest updates, please subscribe G Media Group and press the bell icon.